ਸੰਗਤ ਜੀ, ਕਈ ਗੱਲਾਂ ਇੱਦਾਂ ਦੀਆਂ ਹੁੰਦੀਆਂ ਕਿ ਸਾਨੂੰ ਸਮਝ 'ਚ ਨਹੀਂ ਆਉਂਦਾ, ਅਤੇ ਕਈ ਇਹੋ ਜਿਹੀਆਂ ਗੱਲਾਂ ਹੁੰਦੀਆਂ ਜੋ ਸਾਡੀ ਸਮਝ 'ਚ ਆਉਂਦੀਆਂ ਪਰ ਸਾਡੇ ਕੋਲ ਕਮਾਈਆਂ ਨਹੀਂ ਜਾਂਦੀਆਂ। ਕਈ ਇਹੋ ਜਿਹਾ ਹੁੰਦਾ ਕਿ ਜਾਣ ਬੁੱਝ ਕੇ ਕਬੀਰ ਮਨੁਸ਼ ਜਾਣੇ ਸਭ ਬਾਤ ਜਾਣਤ ਹੀ ਔਗਣ ਕਰੇ, ਵੀ ਸਭ ਕੁਛ ਪਤਾ ਹੁੰਦਾ ਫਿਰ ਵੀ ਔਗਣਾਂ ਦੀ ਖੱਡ 'ਚ ਜਾ ਕੇ ਡਿੱਗਣਾ ਹੁੰਦਾ। ਦੇਖੋ ਆਪ ਸਾਰੇ, ਕਿੰਨੀ ਅੱਜ ਠੰਡ ਪੈ ਰਹੀ ਹੈ, ਠੰਡ ਲੱਗ ਰਹੀ ਹੈ। ਦੇਖ ਕੇ ਵੀ ਇੱਕ ਵੱਖਰਾ ਅਨੁਭਵ ਹੁੰਦਾ ਕਿ ਜਿਹੜੇ ਗੁਰੂ ਨੂੰ, ਵਾਹਿਗੁਰੂ ਨੂੰ ਪਿਆਰ ਕਰਨ ਵਾਲੇ ਸਰੀਰ, ਇੱਕ ਕਹਿੰਦੇ ਨਾ ਪ੍ਰਤੱਖ ਨੂੰ ਪ੍ਰਮਾਣ ਦੇਣ ਦੀ ਲੋੜ ਨਹੀਂ ਹੁੰਦੀ। ਇਹ ਜੋ ਦਿਸ ਰਿਹਾ ਨਾ ਦ੍ਰਿਸ਼, ਇੱਕ ਪ੍ਰੇਮ ਦਾ ਸਾਗਰ ਹੈ। ਜਿਹੜਾ ਦ੍ਰਿਸ਼ ਅੱਜ ਦਿਸ ਰਿਹਾ ਅਨੁਭਵ, ਇੱਕ ਪ੍ਰੇਮ ਦਾ, ਜਿਹੜੇ ਮੌਸਮ ਦੀ, ਰੁੱਤ ਦੀ, ਹਨੇਰੀਆਂ ਦੀ ਪਰਵਾਹ ਨਹੀਂ ਕਰਦੇ। ਉਹ ਗੁਰੂ ਚਰਨ ਵਿੱਚ ਸ਼ਰਧਾ ਭਾਵਨਾ ਦਾ ਦੀਵਾ ਬਾਲ ਕੇ, ਦੀਵਾ ਚੁੱਕ ਕੇ ਪਹੁੰਚ ਜਾਂਦੇ। ਆ ਦੇਖੋ ਖੱਟੀਆਂ ਦਸਤਾਰਾਂ, ਚਿੱਟੀਆਂ ਦਸਤਾਰਾਂ ਮਾਤਾਵਾਂ ਭੈਣਾਂ ਨੇ ਦੁਪੱਟੇ ਲਏ ਆ ਸਿਰਾਂ 'ਤੇ। ਇੱਕ ਗੁਰੂ ਨਾਲ ਪਿਆਰ ਹੈ, ਪ੍ਰੀਤ ਹੈ। ਮਹਾਰਾਜ ਕਹਿੰਦੇ, ਜੋ ਤੋ ਪ੍ਰੇਮ ਖਿਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੇ ਕਾਲ ਨਾ ਕੀਜੈ। ਇੱਕ ਇਹ ਜਿਹੜਾ ਮਾਰਗ ਵਾ ਨਾ ਸਾਡੇ ਬਾਪੂ ਦਾ, ਪਿਆਰ ਦਾ ਹੀ ਆ, ਪ੍ਰੇਮ ਦਾ। ਤੇ ਇਹ ਪ੍ਰੇਮ ਦੀ ਗਲੀ ਦੇ ਵਿੱਚੋਂ ਸੰਗਤ ਜੀ, ਭਾਈ ਕੋਈ ਲੰਘਦਾ, ਤੇ ਇੱਥੇ ਗੁਰੂ ਸਾਹਿਬ ਨੇ ਪਹਿਲੋਂ ਹੀ ਆਖਿਆ, ਪਹਿਲੇ ਮਰਨ ਕਬੂਲ, ਜੀਵਨ ਕੀ ਛੱਡਿਆਸ, ਹੋਏ ਸਪਨਾ ਕੀ ਰੇਣੂਕਾ, ਤੂੰ ਆਓ ਹਮਾਰੇ ਪਾਸ। ਭੀੜ ਤੇ ਲੱਖਾਂ ਦੀ ਵੀ ਕਰ ਲਈਦੀ ਹੈ, ਕੋਈ ਵੱਡੀ ਗੱਲ ਨਹੀਂ। ਭੀੜਾਂ ਕਰਨੀਆਂ ਕੋਈ ਔਖੀ ਗੱਲ ਨਹੀਂ ਹੁੰਦੀ, ਬੜਾ ਸੌਖਾ ਕੰਮ ਆ। ਪਰ ਯਾਦ ਰੱਖੀਏ, ਭੀੜਾਂ 'ਚ ਗੁਰਮੁਖ ਤੇ ਹੀਰੇ ਲੱਭਣੇ, ਭੀੜ ਦੇ ਵਿੱਚੋਂ ਹੀਰੇ ਲੱਭਣੇ, ਗੁਰਮੁਖ ਲੱਭਣੇ ਹਰ ਬੰਦੇ ਦੇ ਵੱਸ ਦਾ ਕੰਮ ਨਹੀਂ ਹੈ। ਸਾਰੇ ਹੀਰੇ ਨਹੀਂ ਹੁੰਦੇ। ਤੇ ਸੰਗਤ ਜੀ, ਥੋੜ੍ਹੇ ਬਹੁਤੇ ਭਾਲ ਕਰਕੇ ਦੇਖੋਗੇ, ਹੀਰੇ ਪ੍ਰਤੀਤ ਹੋਣਗੇ, ਗੁਰਮੁਖ, ਗੁਰਸਿੱਖ, ਫਕੀਰ ਪ੍ਰਤੀਤ ਹੋਣਗੇ, ਥੋੜ੍ਹੇ ਬਹੁਤੇ। ਸੰਗਤ ਜੀ, ਆਪ ਜੀ ਬੜੇ ਪਿਆਰ ਨਾਲ ਜੁੜ ਕੇ ਬੈਠੇ ਹੋ, ਸਮਾਂ ਕੀਮਤੀ ਹੈ। ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਬੇਨਤੀਆਂ ਕਰਾਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜਿਹੜੀ ਤੁਲਨਾ ਅਸੀਂ ਕਿਸੇ ਵੀ ਪੈਗੰਬਰ ਨਾਲ, ਅਵਤਾਰ ਨਾਲ, ਕਿਸੇ ਸਿੱਧ ਪੁਰਸ਼, ਮਹਾਂਪੁਰਸ਼, ਕਿਸੇ ਨਾਲ ਵੀ ਨਹੀਂ ਕਰ ਸਕਦੇ। ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸੰਸਾਰ 'ਤੇ ਆਵਣ ਦਾ ਵੀ ਕੋਈ ਮਕਸਦ ਸੀ। ਉਹਨਾਂ ਦੇ ਆਵਣੇ ਕਰਕੇ, ਧਿਆਨ ਨਾਲ ਸੁਣਿਓ, ਕਲਗੀਆਂ ਵਾਲੇ ਸ਼ਹਿਨਸ਼ਾਹ ਦਾ ਦੁਨੀਆ ਵਿੱਚ ਆਉਣ ਦਾ ਜਿਹੜਾ ਖਾਸ ਕਰਕੇ ਕਾਰਨ ਸੀ, ਭਰਮਾਂ ਦੀ ਮਾਰ, ਅੰਧ ਵਿਸ਼ਵਾਸਾਂ ਦੀ ਮਾਰ, ਝੂਠ ਫਰੇਬ ਦੀ ਮਾਰ। ਜਿੱਥੇ ਪਾਣੀ ਦੀਆਂ ਨਦੀਆਂ ਵਗਦੀਆਂ ਸਨ, ਇੱਕ ਦੌਰ ਐਸਾ ਵੀ ਹਿੰਦੁਸਤਾਨ, ਭਾਰਤ ਮੁਲਕ ਵਿੱਚ ਆਇਆ ਸੀ ਕਿ ਖੂਨ ਦੀਆਂ ਨਦੀਆਂ ਵਗਦੀਆਂ ਸਨ। ਤੇ ਪਰਮਾਤਮਾ ਦੇ ਘਰ ਨੂੰ ਬੜਾ ਦਿਆਲ ਸਮਝਿਆ ਜਾਂਦਾ ਹੈ। ਤੋਲ ਧਰਮ ਦਇਆ ਕਾ ਪੂਤ। ਇੱਕ ਵਾਰ ਮੈਂ ਵਾਰ ਦੀਵਾਨ ਜ਼ਿਕਰ ਕੀਤਾ, ਤੇ ਇੱਕ ਨੌਜਵਾਨ ਬੱਚਾ ਮੰਡੀ ਸਾਹਿਬ ਖਲੋਤਾ, ਤੇ ਮੈਂ ਕਿਹਾ, ਪੁੱਤ ਕਿੱਧਰ ਆਇਆ? ਕਹਿੰਦਾ, ਬਾਬਾ ਜੀ ਐਵੇਂ ਹੀ ਆਇਆ। ਮੈਂ ਕਿਹਾ, ਭਾਈ ਗੁਰਦੁਆਰੇ ਐਵੇਂ ਨਹੀਂ ਆਈਦਾ, ਮੱਥਾ ਟੇਕਣ ਆਏ ਆ, ਸੇਵਾ ਕਰਨ ਆਏ ਆ, ਕੋਈ ਦਾਤ ਲੈਣ ਆਏ ਆ, ਕੋਈ ਖੁਸ਼ੀ ਲੈਣ ਆਏ ਆ ਗੁਰੂ ਦੀ। ਅੱਜ ਗੁਰਦੁਆਰਿਆਂ 'ਚ ਐਸਾ ਹਾਲ ਹੈ ਵੀ ਕਿਸੇ ਬੰਦੇ ਨੂੰ ਪੁੱਛੋ ਨਾ ਕਿੱਧਰ ਆਇਆ, ਉਹ ਵੀ ਇਹੀ ਆਖੂਗਾ ਵੀ ਐਵੇਂ ਹੀ ਆਇਆ, ਮੈਂ ਗੱਲਾਂ ਗੁੱਲਾਂ ਮਾਰ ਕੇ, ਨਿੰਦਿਆ ਚੁਗਲੀ ਕਰਕੇ ਘਰ ਨੂੰ ਤੁਰ ਜਾਣਾ। ਉਹ ਸੱਚ ਹੈ, ਉਹ ਜੱਗ ਵਿੱਚ ਵੀ ਐਂ ਹੀ ਆਏ ਆ, ਉਹਨਾਂ ਕਮਾਉਣਾ ਕੁਛ ਨਹੀਂ ਜੇ।
ਨਾ ਭਜਨ ਕਰਨਾ, ਨਾ ਬੰਦਗੀ ਕਰਨੀ, ਨਾ ਸੇਵਾ ਕਰਨੀ ਹੈ, ਨਾ ਧਰਮ ਕਮਾਉਣਾ। ਦੇਖਣ ਨੂੰ ਧਰਮੀ ਨੇ, ਹੈ ਨਾਸਤਕ ਨੇ। ਉਹ ਸੰਸਾਰ ਵਿੱਚ ਵੀ ਐਵੇਂ ਹੀ ਆਏ ਆ, ਤੇ ਐਵੇਂ ਦੁਨੀਆ 'ਚੋਂ ਖਾਲੀ ਹੱਥ ਆਏ ਸੀ ਤੇ ਖਾਲੀ ਲੈ ਕੇ ਤੁਰ ਜਾਣੇ। ਜਿੱਦਾਂ ਜਗਤ 'ਚ ਆਏ ਸੀ ਐਂ ਹੀ ਚਲੇ ਗਏ। ਪਰ ਯਾਦ ਰੱਖਿਓ, ਇੱਕੋ ਇੱਕੋ ਜੂਨ ਹੈ ਜਿਹਨੂੰ ਮਨੁੱਖ ਕਿਹਾ ਜਾਂਦਾ, ਮਾਨਸ ਕਿਹਾ ਜਾਂਦਾ। ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਾ ਇਹੀ ਲਾਭ। ਤੁਸੀਂ ਇੱਥੇ ਲਾਹਾ ਖੱਟਣ ਵਾਸਤੇ ਆਏ ਹੋ, ਤੁਸੀਂ ਜਗਤ 'ਚ ਪਰਮਾਤਮਾ ਨੂੰ ਪਾਉਣ ਵਾਸਤੇ ਆਏ ਹੋ। ਪਰ ਸਾਡੀ ਬਿਰਤੀ, ਸਾਡੀ ਸੁਰਤੀ ਥੋੜ੍ਹੀ ਗੁੰਮਰਾਹ ਹੋ ਗਈ, ਬੰਦਾ ਭੜਕ ਗਿਆ। ਮੈਂ ਵਿਚਾਰ ਕਰ ਰਿਹਾ ਸਾਂ ਕਿ ਜਗਤ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਤੁਲਨਾ ਅਸੀਂ ਕਿਸੇ ਵੀ ਸਰੀਰ ਨਾਲ, ਕਿਸੇ ਵੀ ਪੈਗੰਬਰ ਨਾਲ ਨਹੀਂ ਕਰ ਸਕਦੇ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਲਮ ਚੁੱਕਦੇ ਹੈ ਤੇ ਇੰਨੀ ਧੰਨ ਧੰਨ ਕਰਾਉਂਦੇ ਆ ਕਿ ਵੱਡੇ ਵੱਡਿਆਂ ਨੇ, ਕਵੀਆਂ ਨੇ ਕਿਹਾ ਵੀ ਗੁਰੂ ਗੋਬਿੰਦ ਸਿੰਘ ਵਰਗਾ ਵਿਸ਼ਵ 'ਚ ਕੋਈ ਵੀ ਕਵੀ ਨਹੀਂ ਹੈ। ਤੇ ਜੇਕਰ ਸੋਨੇ ਦੇ ਤਖਤਾਂ ਤੇ ਸਿੰਘਾਸਣ ਤੇ ਸਾਡੇ ਗੁਰੂ ਪਾਤਸ਼ਾਹ ਪਿਤਾ ਜੀ ਬੈਠਦੇ, ਕਲਗੀ 'ਚ ਜਾ ਕੇ ਚੋਰ ਹੁੰਦੇ ਆ, ਛਤਰ ਲੱਗਦੇ ਆ ਤੇ ਲੋਕ ਨਮਸਕਾਰਾਂ ਸਜਦਾ ਕਰਦੇ ਨੇ, ਭੇਟਾਂ ਚੜ੍ਹਦੀਆਂ, ਤੇ ਫਿਰ ਆਪਾਂ ਕਹਿੰਦੇ ਵੀ ਸਾਡੇ ਗੁਰੂ ਵਰਗਾ ਸ਼ਹਿਨਸ਼ਾਹ ਦੁਨੀਆ 'ਚ ਕੋਈ ਨਹੀਂ। ਤੇ ਜੇਕਰ ਸੰਗਤ ਜੀ ਗੁਰੂ ਪਾਤਸ਼ਾਹ ਤੇਗ ਦੇ ਮੁੱਠੇ ਨੂੰ ਹੱਥ ਪਾਉਂਦੇ ਆ ਤੇ ਐਸੀ ਕਰਾਮਾਤ ਕਰਦੇ ਆ ਕਿ ਕਿਹਾ ਜਾਂਦਾ ਕਿ ਦਸ਼ਮੇਸ਼ ਵਰਗਾ ਮਹਾਬਲੀ ਯੋਧਾ ਤੇ ਚੂਰਮਾ ਕੋਈ ਨਹੀਂ ਹੈ। ਤੇ ਜੇਕਰ ਆਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਪੰਜਾਂ ਪਿਆਰਿਆਂ ਤੋਂ ਹੱਥ ਕਰਕੇ, ਬੁੱਕ ਕਰਕੇ ਅੰਮ੍ਰਿਤ ਦੀ ਦਾਤ ਮੰਗਦੇ ਆ ਤੇ ਆਂਦੇ ਕਿ ਗੁਰੂ ਵਰਗਾ ਭਿਖਾਰੀ ਵੀ ਕੋਈ ਨਹੀਂ। ਪਾਤਸ਼ਾਹ ਨੇ, ਸ਼ਹਿਨਸ਼ਾਹ ਨੇ ਪੰਜਾਂ ਪਿਆਰਿਆਂ ਕੋਲ ਖੜ ਕੇ ਅੰਮ੍ਰਿਤ ਦੀ ਦਾਤ ਦੀ ਬੇਨਤੀ ਕੀਤੀ ਹੈ, ਐ ਸਿੱਖੋ ਮੈਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ੋ, ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਓ। ਤੁਹਾਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਹੈ, ਗੁਰਦੇਵ ਆਂਦੇ ਨੇ ਕਿ ਮੈਨੂੰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਦੀ ਦਾਤ ਬਖਸ਼ੋ, ਉਹਦੇ ਵਰਗਾ ਭਿਖਾਰੀ ਵੀ ਕੋਈ ਨਹੀਂ। ਤੇ ਜੇ ਦਾਨੀ ਦੀ ਗੱਲ ਕਰੀਏ ਤੇ ਅੰਤ ਹੀ ਹੋ ਜਾਂਦਾ, ਪੁੱਤਰ, ਪਰਿਵਾਰ, ਪਿਤਾ, ਮਾਤਾ, ਸਰਬੰਸ ਆਪਣਾ ਆਪ ਵਾ ਦਿੱਤਾ। ਸਾਡੇ ਬਾਪੂ ਵਰਗਾ ਦਾਨੀ ਵੀ ਜਗਤ ਤੇ ਕੋਈ ਨਹੀਂ। ਸੰਗਤ ਜੀ, ਜਿਸ ਧਰਤੀ ਤੇ ਅਸੀਂ ਆਪਾਂ ਆਗਮਨ ਲਿਆ, ਗੁਰੂ ਇਸ ਧਰਤੀ ਤੇ ਆਏ ਨੇ ਜਿਹਨੂੰ ਮਾਤ ਲੋਕ ਕਿਹਾ ਜਾਂਦਾ। ਧਰਤੀਆਂ ਬੜੀਆਂ ਨੇ, ਬਹੁਤ ਧਰਤੀਆਂ ਨੇ, ਅੰਤ ਹੀ ਨਹੀਂ। ਪਰ ਇਸ ਧਰਤੀ ਨੂੰ, ਜਿਹਨੂੰ ਭਾਰਤ ਮੁਲਕ ਦੀ ਧਰਤੀ ਨੂੰ ਗੁਰੂਆਂ ਪੀਰਾਂ ਦੀ ਧਰਤੀ ਮੰਨਿਆ ਜਾਂਦਾ ਹੈ, ਇਸੇ ਧਰਤੀ ਤੇ ਗੁਰੂ ਪਾਤਸ਼ਾਹ ਆਏ, ਇਸੇ ਧਰਤੀ ਤੇ ਹੀ ਆਏ हैं। ਥੋੜਾ ਜਿਹਾ ਦਿਮਾਗ ਤੇ ਵਜਨ ਪਾਇਓ। ਇਸੇ ਧਰਤੀ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਆਏ, ਇਸੇ ਧਰਤੀ ਤੇ ਸ਼ਹੀਦ ਸਿੰਘ ਆਏ, ਇਸੇ ਧਰਤੀ ਤੇ ਸ਼ਿਵ ਜੀ, ਬ੍ਰਹਮਾ, ਕ੍ਰਿਸ਼ਨ ਭਗਵਾਨ, ਰਾਮਚੰਦਰ, ਸਾਰੇ ਭਗਵਾਨ ਆਏ। ਮਹਾਤਮਾ ਬੁੱਧ, ਮਹਾਵੀਰ ਜੀ, ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਜ਼ਿੰਦਗੀ ਦਾ ਸਫ਼ਰ ਹੈ। ਇਸੇ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਆਏ। ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਸੰਗਤ ਜੀ, ਇਸੇ ਧਰਤੀ ਤੇ ਅਸੀਂ ਤੇ ਤੁਸੀਂ ਸਾਰੇ ਆਏ, ਪਰ ਆਉਣ ਵਿੱਚ ਬਾਹਲਾ ਹੀ ਫਰਕ ਹੈ, ਬਹੁਤਾ। ਆਏ ਅਸੀਂ ਵੀ ਹਾਂ, ਆਏ ਗੁਰੂ ਵੀ ਨੇ। ਤੇ ਸੰਗਤ ਜੀ, ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਜਿਹੜੀ ਬਖਸ਼ਿਸ਼ ਹੁੰਦੀ ਨਾ, ਕਰਾਮਾਤ, ਬਖਸ਼ਿਸ਼, ਅੱਜ ਵੀ ਇਸ ਧਰਤੀ ਤੇ ਬਹੁਤ ਹੀ ਅਸੀਸਾਂ ਤੇ ਬਖਸ਼ਿਸ਼ਾਂ ਨੇ।
ਮੁਕਤੀ ਦੀ ਜਿਹੜੀ ਧਰਤੀ ਹੈ, ਮੁਕਤੀ ਇਸ ਲੋਕ 'ਚ ਹੋ ਸਕਦੀ, ਮਾਤ ਲੋਕ ਪ੍ਰਾਪਤੀ ਪ੍ਰਭੂ ਦੀ ਭਗਵਾਨ ਦੀ ਕਹਿ ਲਈਏ ਇਸ ਲੋਕ 'ਚ ਹੋ ਸਕਦੀ ਹੈ, ਮਾਤ ਲੋਕ 'ਚ, ਕਿਉਂਕਿ ਅਸੀਂ ਮਨੁੱਖ ਹਾਂ। ਇਸ ਦੇਹੀ ਕੋ ਸਿਮਰੋ ਦੇਵ, ਇਸ ਦੇਹੀ ਨੂੰ ਦੇਵੀ ਦੇਵਤੇ ਵੀ ਲੋਚਦੇ ਆ ਕਿ ਅਸੀਂ ਮਨੁੱਖ ਬਣ ਜਾਈਏ, ਅਸੀਂ ਸੰਸਾਰ ਚਾਹਾਂਗੇ ਤੇ ਭਗਤੀ ਕਰਾਂਗੇ, ਮੁਕਤ ਹੋ ਜਾਵਾਂਗੇ। ਪਰ ਸੰਗਤ ਜੀ ਅੱਜ ਤਰਾਸਦੀ ਹੈ ਮਨੁੱਖਤਾ ਦੀ, ਮਾਨਵਤਾ ਦੀ। ਕਈ ਵਾਰ ਮੈਂ ਸੋਚਦਾ ਹੁੰਦਾ ਵੀ ਭਾਰਤ ਮੁਲਕ ਨੂੰ ਹਿੰਦੁਸਤਾਨ ਵੀ ਕਿਹਾ ਜਾਂਦਾ ਹੈ। ਇਹ ਮੁਲਕ ਪਹਿਲਾਂ ਬੜੇ ਵਰੇ ਮੁਗਲਾਂ ਦੇ ਅੰਡਰ ਰਿਹਾ ਔਰ ਬਹੁਤ ਸਾਲ ਭਾਰਤ ਗੁਲਾਮ ਰਿਹਾ, ਕਹਿ ਲਓ ਗੁਲਾਮੀ ਰਹੀ ਹੈ। ਤੇ ਸੰਗਤ ਜੀ ਉਸ ਗੁਲਾਮੀ ਦੀਆਂ ਜੰਜੀਰਾਂ ਨੂੰ, ਉਸ ਗੁਲਾਮੀ ਦੇ ਬੰਧਨਾਂ ਨੂੰ ਕਿਹਨੇ ਤੋੜਿਆ? ਸਿਰਫ ਇੱਕ ਗੁਰੂ ਨਾਨਕ ਦੇ ਘਰ ਦੇ ਜਿਹੜੀ ਜੋਤ ਬਾਬੇ ਨਾਨਕ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਰਹੀ ਹੈ, ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜਦੇ ਹੈ। ਸੰਗਤ ਜੀ ਗੁਰੂ ਪਾਤਸ਼ਾਹ ਨੇ ਕਦੇ ਘਾਈ ਦੇ ਬੂਟੇ ਦਾ ਜ਼ਿਕਰ ਤੁਸੀਂ ਰਾਗੀਆਂ ਢਾਡੀਆਂ ਵਿਦਵਾਨਾਂ ਤੋਂ ਆਮ ਸੁਣਦੇ ਸੁਣਾਉਂਦੇ ਆ ਰਹੇ ਹੋ। ਪਾਤਸ਼ਾਹ ਨੇ ਰਾਏਕੋਟ ਦੀ ਧਰਤੀ ਤੇ ਬੈਠ ਕੇ ਜਦੋਂ ਪੱਟਿਆ ਸੀ ਨਾ ਘਾਹ, ਤੇ ਮਹਾਰਾਜ ਆਂਦੇ ਸੀ ਅੱਜ ਤੋਂ ਦੁਸ਼ਟਾਂ ਦੀ ਜੜ ਪੁੱਟਤੀ, ਦੁਸ਼ਟ ਖਤਮ ਹੋ ਜਾਣਗੇ। ਤੇ ਸੱਚ ਹੈ, ਉਸ ਦਿਨ ਤੋਂ ਬਾਅਦ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਬਾਬਰ ਨੂੰ ਵਰਦਾਨ ਦਿੱਤਾ ਸੀ 6 ਪੀੜ੍ਹੀਆਂ ਤੱਕ ਤੁਸੀਂ ਰਾਜ ਕਰੋਗੇ, ਚੰਗੇ ਕਰਮ ਕਰਿਓ, ਮਨੁੱਖਤਾ ਦੀ ਮਦਦ ਕਰਿਓ, ਲੋੜਵੰਦਾਂ ਦੀ ਸਹਾਇਤਾ ਕਰਿਓ, ਬਹੂ ਬੇਟੀ ਦਾ ਸਤਿਕਾਰ ਕਰਿਓ। ਪਰ ਉਸ ਬਾਬਰ ਦੀ ਔਲਾਦ ਨੇ ਐਸਾ ਨਾ ਕਰਦਿਆਂ ਹੋਇਆਂ ਐਸਾ ਘਾਣ ਕੀਤਾ, ਤੇ ਉਹੀ ਜੋਤ ਨੇ ਜਦੋਂ ਇਹ ਬਚਨ ਕੀਤਾ ਮੁਖ ਤੋਂ, ਤੇ ਸੰਗਤ ਜੀ ਮੁਗਲਾਂ ਦਾ ਰਾਜ ਭਾਰਤ ਤੋਂ ਮੁੱਕ ਗਿਆ ਸਦਾ ਲਈ। ਉਸ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜਿਆ ਪਾਤਸ਼ਾਹ ਨੇ। ਗਿੱਦੜਾਂ ਤੋਂ ਬੱਬਰ ਬਣਾਇਆ, ਗਿੱਦੜਾਂ ਤੋਂ ਸਾਨੂੰ ਸ਼ੇਰ ਬਣਾਇਆ। ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਛੋਖਾ ਨਹੀਂ 10 ਜਾਮੇ ਧਾਰਨ ਕੀਤੇ ਹੈ। ਤੇ ਸੰਗਤ ਜੀ ਨਾਲ ਇਹ ਵੀ ਵੇਖਿਓ ਕਿ ਸਰਬੰਸ ਸਾਰਾ ਪਰਿਵਾਰ ਸਾਡੇ ਗੁਰੂ ਨੇ ਕੁਰਬਾਨ ਕੀਤਾ, ਆਪਣਾ ਆਪ ਵਾਰ ਦਿੱਤਾ। ਆਪਣਾ ਆਪ ਵਾਰਨਾ ਬੜਾ ਔਖਾ ਹੈ, ਬਹੁਤ ਔਖਾ ਹੈ। ਕਹਿਣਾ ਕਹਾਣੀਆਂ ਬਬਾਣੀਆਂ ਸੁਣ ਲੈਣੀਆਂ ਆਸਾਨ ਨੇ, ਸਰਲ ਨੇ, ਪਰ ਕਮਾਉਣਾ ਤੇ ਉਸ ਪੈਂਡੇ ਤੇ ਸਿੱਖੀ ਦੇ ਰਾਹ ਤੇ ਚੱਲਣਾ ਭਾਈ ਬੜਾ ਕਠਿਨ ਹੈ। ਕਹਾਣੀਆਂ ਸੁਣਦਿਆਂ, ਇਤਿਹਾਸ ਸੁਣਦਿਆਂ ਸਾਨੂੰ ਜੀਵਨ ਬੀਤ ਗਿਆ, ਕਾਲੇ ਵਾਲ ਚਿੱਟੇ ਹੋ ਗਏ, ਜੀਵਨ ਚਲੇ ਗਿਆ। ਪਰ ਮੈਂ ਹੈਰਾਨ ਹੁੰਦਾ ਕਿ ਲੋਕਾਂ ਦਾ ਜੀਵਨ ਬਹੁਤ ਘੱਟ ਹੋਣਗੇ, ਇੱਥੇ ਵੀ ਹੋਣਗੇ ਬਹੁਤ ਘੱਟ। ਪੱਥਰ ਜਗ੍ਹਾ ਜਗ੍ਹਾ ਤੇ, ਵਣ ਬੜੇ ਨੇ, ਚੰਦਨ ਕਿਤੇ ਕਿਤੇ, ਪਾਰਚ ਕਿਤੇ ਕਿਤੇ, ਹੀਰਾ ਕਿਤੇ ਕਿਤੇ, ਏਦਾਂ ਭੀੜਾਂ 'ਚ ਹੀਰੇ ਕਿਤੇ ਕਿਤੇ ਥੋੜੇ ਹੋਣਗੇ। ਇਸੇ ਪ੍ਰਕਾਰ ਜਗਤ ਦੇ ਵਿੱਚ ਸੰਗਤ ਜੀ ਗੁਰੂ ਦੀ ਗੁਰਸਿੱਖੀ ਨੂੰ ਕਮਾਉਣ ਵਾਲੇ ਸਰੀਰ ਬੜੇ ਘੱਟ ਆ। ਆਓ ਥੋੜਾ ਜਿਹਾ ਮਨ ਤੇ ਦਿਮਾਗ ਤੇ ਵਜਨ ਪਾਈਏ ਕਿ ਕਾਲੇ ਵਾਲ ਚਿੱਟੇ ਹੋ ਜਾਂਦੇ ਨੇ, ਜੀਵਨ ਹਜੇ ਵੀ ਨਹੀਂ ਬਣਿਆ, ਈਰਖਾ ਹਜੇ ਨਹੀਂ ਅੰਦਰੋਂ ਗਈ, ਦੁਬਦਾ ਹਜੇ ਨਹੀਂ ਅੰਦਰੋਂ ਗਈ, ਹਾਲੇ ਵੀ ਮਨ ਮਲੀਨ ਦਾ ਮਲੀਨ ਪਿਆ, ਤਰਾਸਦੀ ਹੈ। ਫਿਰ ਸਾਧ ਸੰਗਤ ਜੀ ਦੇਖਿਆ ਜਾਵੇ, ਜੇ ਤੁਰਕਾਂ ਤੋਂ ਭਾਰਤ ਆਜ਼ਾਦ ਹੋਇਆ, ਹਿੰਦੁਸਤਾਨ ਆਜ਼ਾਦ ਕਰਵਾਇਆ ਗੁਰੂ ਪਾਤਸ਼ਾਹ ਨੇ, ਭਰਮ ਦੀ ਆਂਧੀ ਨੂੰ ਰੋਕਣ ਵਾਲੇ, ਹਨੇਰੀ ਨੂੰ ਰੋਕਣ ਵਾਲੇ ਸਾਡੇ ਸ਼ਹੀਦ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਪਿਤਾ ਜੀ
ਜਿਨ੍ਹਾਂ ਨੇ ਬਖਸ਼ਿਸ਼ ਕੀਤੀ। ਔਰ ਬਾਅਦ ਵਿੱਚ ਭਾਰਤ ਕਹਿਣ ਲੱਗੇ ਗੋਰਿਆਂ ਦੇ ਅੰਡਰ ਵੀ ਰਿਹਾ, ਬੜੇ ਸਾਲ ਉਹਨਾਂ ਨੇ ਗੁਲਾਮ ਰੱਖਿਆ। ਤੇ ਜਦੋਂ ਗੋਰਿਆਂ ਦਾ ਰਾਜ ਆਇਆ 15 ਅਗਸਤ 1947 ਦੇ ਵਿੱਚ, ਜਦੋਂ 47 ਆਉਂਦੀ, ਭਾਰਤ ਫਿਰ ਆਜ਼ਾਦ ਹੁੰਦਾ, ਉਦੋਂ ਕਲਗੀਧਰ ਪਾਤਸ਼ਾਹ ਯਾਦ ਕਰਾਉਂਦੇ ਫਿਰ ਭਗਤ ਸਿੰਘ ਵਰਗੇ ਸ਼ਹੀਦ, ਜਿਨ੍ਹਾਂ ਨੇ ਆਪਣੀਆਂ ਚੜ੍ਹਦੀਆਂ ਜਵਾਨੀਆਂ ਦੇ ਵਿੱਚ ਸ਼ਹਾਦਤਾਂ ਦੇ ਕੇ ਫਾਂਸੀ ਦੇ ਫੰਦੇ ਨੂੰ ਚੁੰਮ ਕੇ ਇਸ ਭਾਰਤ ਨੂੰ ਗੋਰਿਆਂ ਤੋਂ ਆਜ਼ਾਦ ਕਰਾਇਆ। ਉਸ ਦੇ ਵਿੱਚ ਵੀ ਸਭ ਤੋਂ ਵੱਡਾ ਯੋਗਦਾਨ ਸਿੱਖਾਂ ਦਾ ਹੈ। ਭਗਤ ਸਿੰਘ ਵਰਗੇ ਸ਼ਹੀਦਾਂ ਨੇ 47 ਦੇ ਵਿੱਚ ਸਾਡੇ ਜਿਹੜੇ ਅੱਜ ਬਜ਼ੁਰਗ ਬੱਚੇ ਬੱਚੀਆਂ ਬੈਠੇ ਆ, ਸਾਰੇ ਕਹਿ ਲਈਏ ਲਹਿੰਦੇ ਪੰਜਾਬ ਤੋਂ ਸਾਰੇ ਆਏ, ਉਧਰੋਂ ਸਾਰੇ ਲਾਹੌਰ ਤੋਂ, ਉਧਰੋਂ ਜਿੰਨੇ ਵੀ ਪਾਕਿਸਤਾਨ 'ਚ ਪਿੰਡ ਨੇ, ਬਹੁਤ ਸਾਰੇ ਨਾ, ਥੋੜੇ ਨਹੀਂ। 47 'ਚ ਅਸੀਂ ਉੱਜੜ ਕੇ ਇੱਧਰ ਆਏ ਤੇ ਸੰਗਤ ਜੀ ਭਗਤ ਸਿੰਘ ਵਰਗੇ ਜੇ 1931-32 ਦੇ ਵਿੱਚ ਜੇ ਇਹ ਫਾਂਸੀ ਦੇ ਫੰਦੇ ਨਾ ਚੁੰਮਦੇ ਤੇ ਸੰਗਤ ਜੀ ਸ਼ਾਇਦ ਇਹ ਮੁਲਕ ਆਜ਼ਾਦ ਫਿਰ ਵੀ ਨਾ ਹੁੰਦਾ। 77 ਦੀ ਲੜਾਈ ਦੇ ਵਿੱਚ ਵੀ ਪਾਕਿਸਤਾਨ ਸਿੱਖਾਂ ਦੀ ਫੌਜ ਦੇ ਵਿੱਚ ਜਿਹੜੇ ਵੱਡੇ ਵੱਡੇ ਕਮਾਂਡਰ ਸਨ, ਉਹ ਵੀ ਸਿੱਖ ਸਨ। ਉਹਨਾਂ ਨੇ ਵੀ ਅੱਜ ਵੀ ਭਾਰਤੀ ਫੌਜ ਦੇ ਵਿੱਚ ਸਭ ਤੋਂ ਅੱਗੇ ਸਿੱਖਾਂ ਦੀ ਜੁਲਟ ਹੁੰਦੀ ਹੈ। ਤੇ ਯਾਦ ਰੱਖੀਏ ਇਹ ਬੈਲਟ ਜਿਹੜੀ ਹੈ ਸਿੱਖ ਕੌਮ, ਜਿਸ ਕੌਮ ਨੂੰ ਬੱਬਰਾਂ ਦੀ ਖਾਨ ਮੰਨਿਆ ਜਾਂਦਾ, ਸ਼ੇਰਾਂ ਦੀ ਕੌਮ ਮੰਨਿਆ ਜਾਂਦਾ, ਤੇ ਇਹ ਵੀ ਜੋ ਸਾਡੇ ਦੁਸ਼ਮਣ ਬਣੇ ਰਹੇ, ਉਹਨਾਂ ਦੇ ਮਨਾਂ ਵਿੱਚ ਇੱਕ ਖੌਫ ਹੁੰਦਾ ਕਿ ਜਿਹੜੇ ਸਿੱਖ ਨੇ ਇਹਨਾਂ ਕੁਝ ਤਾਕਤ ਹੈ ਨਾ, ਇੱਕ ਤਾਕਤ ਹੈ ਕਿ ਇਹ ਸਾਬਤ ਸੂਰਤ ਨੇ, ਦੂਜੀ ਤਾਕਤ ਹੈ ਕਿ ਇਹਨਾਂ ਕੋਲ ਹਰਿਮੰਦਰ ਸਾਹਿਬ ਪਵਿੱਤਰ ਸਰੋਵਰ ਹੈ, ਤੀਸਰਾ ਇਹਨਾਂ ਨੂੰ ਇਹ ਵੀ ਪਤਾ ਕਿ ਇਹਨਾਂ ਕੋਲ ਸਭ ਤੋਂ ਵੱਡੀ ਤਾਕਤ ਹੈ ਖੰਡੇ ਦੀ ਪੋਲ ਅੰਮ੍ਰਿਤ, ਚੌਥਾ ਇਹਨਾਂ ਨੂੰ ਇਹ ਵੀ ਪਤਾ ਕਿ ਸਭ ਤੋਂ ਵੱਡੀ ਤਾਕਤ ਹੈ ਇਹਨਾਂ ਕੋਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਵਿੱਚ ਬਾਣੀ ਅੰਮ੍ਰਿਤ ਸਾਰੇ। ਦੇਖੋ ਇਹਨਾਂ ਨੂੰ ਇਹ ਵੀ ਪਤਾ ਸਾਡੇ ਦੁਸ਼ਮਣਾਂ ਨੂੰ ਕਿ ਸਿੱਖਾਂ ਦੇ ਕੋਲ ਸਭ ਤੋਂ ਵੱਡਾ ਅਗਮੋਲ ਰਤਨ ਇੱਕ ਖੰਡੇ ਦੀ ਪੋਲ ਤੇ ਦੂਜਾ ਬਾਣੀ। ਜਦ ਤੱਕ ਇਹ ਗੁਰੂ ਦੀ ਬਾਣੀ ਦਾ ਜਾਪ ਕਰਦੇ ਨੇ ਤੇ ਇਹ ਸਦਾ ਚੜ੍ਹਦੀ ਕਲਾ ਚ ਰਹਿਣਗੇ। ਮਰਨ ਵਾਸਤੇ, ਮੌਤ ਵਾਸਤੇ ਕਦੇ ਵੀ ਇਹ ਪਰਵਾਹ ਨਹੀਂ ਕਰਦੇ। ਮੌਤ ਇਹ ਤਾਂ ਹੱਥ ਦੀ ਤਲੀ ਤੇ ਰੱਖ ਕੇ ਤੁਰਦੇ ਆ। ਉਹ ਸਿੱਖ ਜਗਤ ਤੇ ਮੌਤ ਨੂੰ ਸੰਗਤ ਜੀ ਮੌਤ ਨਾਲ ਖੇਡਦਾ। ਗੁਰੂ ਨੇ ਸਾਨੂੰ ਇਹੀ ਸਿਖਾਇਆ। ਅੱਜ ਵੀ ਗੁਰੂ ਦੇ ਲਾਲ ਆਚੇ ਨੇ ਕਿ ਮੌਤ ਨੂੰ ਹੱਥ ਦੀ ਤਲੀ ਤੇ ਰੱਖ ਕੇ ਤੁਰੀਦਾ। ਪਰ ਅੱਜ ਸਾਡੀ ਤਰਾਸ਼ਦੀ ਹੈ। ਬੁਰਾ ਨਾ ਮਨਾਇਓ, ਮੈਂ ਜ਼ਿਕਰ ਕਰਾਂ ਕਿ ਸਾਡੇ ਕੋਲ ਬਾਣੀ ਹੈ ਜੋ ਸਾਨੂੰ ਜੀਵਨ ਦਿੰਦੀ ਹੈ, ਜੀਵਨ ਜੀਣ ਦੀ ਜਾਚ ਸਿਖਾਉਂਦੀ ਹੈ। ਜਿਹੜੀ ਬਾਣੀ ਪੜ੍ਹ ਕੇ ਅਸੀਂ ਮਹਾਨ ਪੁਰਸ਼ ਬਣਦੇ ਹਾਂ ਜਾਂ ਮਹਾਂਪੁਰਸ਼ ਬਣਦੇ ਹਾਂ, ਗੁਰਮੁਖ ਬਣਦੇ ਹਾਂ, ਗੁਰਸਿੱਖ ਬਣਦੇ ਹਾਂ, ਗੁਰੂ ਦੀ ਬਾਣੀ ਹੈ। ਤੇ ਅਬਦਾਲੀ ਵਰਗਿਆਂ ਨੇ, ਔਰੰਗਜ਼ੇਬ ਵਰਗਿਆਂ ਨੇ, ਵੱਡੇ ਵੱਡੇ ਚੰਗੇਜ਼ ਖਾਨ ਵਰਗਿਆਂ ਨੇ ਜ਼ੋਰ ਲਾ ਲਿਆ। ਜਿੰਨੀਆਂ ਬੂੰਦਾਂ ਧਰਤੀ ਤੇ ਸ਼ਹੀਦਾਂ ਦੀਆਂ ਡੁੱਲੀਆਂ, ਅੱਜ ਵੀ ਇਸ ਭਾਰਤ ਹਿੰਦੁਸਤਾਨ ਦੇ ਵਿੱਚ ਸਮੇਂ ਸਮੇਂ ਅਨੁਸਾਰ ਜਦੋਂ ਫਿਰ ਗੇੜ ਆਇਆ 84 ਦਾ, ਤੇ ਉਦੋਂ ਵੀ ਸੰਗਤ ਜਿੱਥੇ ਪਵਿੱਤਰ ਹਰਿਮੰਦਰ ਸਾਹਿਬ ਦੀ ਬਿਪਦੀ ਹੁੰਦੀ, ਅਕਾਲ ਤਖਤ ਸਾਹਿਬ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਵਰਗੇ ਸਤਿਪੁਰਸ਼ ਮਹਾਂਪੁਰਖ, ਉਹਨਾਂ ਦੇ ਨਾਲ ਸ਼ਹਾਦਤ ਦਾ ਜਾਮ ਪੀਣ ਵਾਲੇ 84 ਦੇ ਵਿੱਚ ਉਹ ਵੀ ਗੁਰੂ ਦੇ ਸਿੰਘ ਸਨ, ਗੁਰੂ ਦੇ ਪਿਆਰੇ ਸਨ। ਜਿੱਥੋਂ ਤੱਕ ਸਿੱਖਾਂ ਦਾ ਇਤਿਹਾਸ ਪੜ੍ਹ ਲਈਏ ਤੇ ਸੰਗਤ ਜੀ ਸਮੇਂ ਸਮੇਂ ਅਨੁਸਾਰ ਗੁਰੂ ਦੀਆਂ ਸਿੱਖਾਂ ਨੇ ਇੰਨਾ ਸੰਘਰਸ਼ ਕੀਤਾ ਸਿਰਫ ਇਸ ਸਿੱਖੀ ਦੇ ਬੂਟੇ ਲਈ, ਮਰਿਆਦਾ ਲਈ, ਦੇਸ਼ ਤੇ ਕੌਮ ਲਈ। ਅੱਜ ਤਰਾਸ਼ਦੀ ਹੈ। ਦੇਖੋ ਕਦੇ ਗਧੇ ਨੂੰ ਕਹਿਣਾ ਪੈਂਦਾ ਤੂੰ ਗਧਾ ਹੋ ਜਾ, ਕਿਉਂਕਿ ਗਧਾ ਪਹਿਲਾਂ ਹੀ ਗਧਾ।
ਤੇ ਘੋੜੇ ਨੂੰ ਕਹੀਏ ਤੂੰ ਘੋੜਾ ਹੋ ਜਾ, ਘੋੜਾ ਪਹਿਲਾਂ ਹੀ ਘੋੜਾ। ਗਊ ਨੂੰ ਕਹੀਏ ਤੂੰ ਗਾਂ ਹੋ ਜਾ, ਉਹ ਪਹਿਲਾਂ ਹੀ ਗਊ ਹੈ। ਤੇ ਸੰਗਤ ਜੀ, ਘੋੜਾ ਨੂੰ ਘੋੜਾ ਤਾਂ ਨਹੀਂ ਕਹਿਣਾ ਪੈਂਦਾ, ਉਹ ਅੰਦਰੋਂ ਵੀ ਘੋੜਾ ਤੇ ਬਾਹਰੋਂ ਵੀ ਘੋੜਾ। ਕੁੱਤੇ ਨੂੰ ਕੁੱਤਾ ਇਹ ਨਹੀਂ ਕਿਹਾ ਜਾਂਦਾ ਕਿ ਕੁੱਤੇ ਤੂੰ ਕੁੱਤਾ ਬਣ ਜਾ, ਪਹਿਲਾਂ ਵੀ ਕੁੱਤਾ ਤੇ ਬਾਹਰੋਂ ਵੀ ਕੁੱਤਾ, ਅੰਦਰੋਂ ਵੀ ਕੁੱਤਾ। ਗਧਾ ਗਧਾ, ਉਹਨੂੰ ਕਹਿਣਾ ਨਹੀਂ ਪੈਂਦਾ। ਇੱਕ ਮਨੁੱਖ ਹੈ। ਮੈਂ ਨਹੀਂ ਬਾਣੀ ਕਹਿੰਦੀ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ। ਇੱਕ ਮਨੁੱਖ ਹੈ ਜਿਹਨੂੰ ਕਹਿਣਾ ਪੈਂਦਾ ਭਾਈ ਬੰਦਾ ਬਣ ਜਾ, ਆ ਬੰਦੇ ਤੂੰ ਬੰਦਾ ਬਣ ਜਾ। ਆਮ ਸਾਡੇ ਬਜ਼ੁਰਗ, ਸਾਡੇ ਭਾਈ ਭੈਣ ਆਮ ਲਫ਼ਜ਼ ਵਰਤਦੇ ਨੇ, ਯਾਰ ਤੂੰ ਬੰਦਾ ਬਣ ਜਾ। ਕਿਉਂਕਿ ਬੰਦਾ ਬਾਹਰੋਂ ਬੰਦਾ ਹੈ, ਅੰਦਰੋਂ ਨਿਰਾ ਪਸ਼ੂ ਜੀ। ਮੈਂ ਖਿਮਾ ਮੰਗਣਾ, ਅੰਦਰੋਂ ਬਹੁਤ ਚੰਚਲ ਹੈ, ਅੰਦਰੋਂ ਮਨੁੱਖ ਡੰਗਰ ਹੈ, ਬਾਹਰੋਂ ਮਨੁੱਖ ਹੈ। ਬਾਣੀ ਨੇ ਏਦਾਂ ਨਹੀਂ ਕਿਹਾ ਕਰਤੂਤ ਪਸ਼ੂ ਕੀ ਮਾਨਸ ਜਾਤ। ਮੈਂ ਨਹੀਂ ਕਹਿ ਰਿਹਾ, ਤੁਸੀਂ ਕਿਤੇ ਮੇਰੇ ਨਾਲ ਰੁੱਛੇ ਕਰੋ। ਇਹ ਗੁਰੂ ਦੀ ਬਾਣੀ ਕਹਿ ਰਹੀ ਹੈ ਕਿ ਬੰਦਾ ਬਾਹਰੋਂ ਬੰਦਾ ਹੈ, ਅੰਦਰੋਂ ਜਮਾਂ ਹੀ ਪਸ਼ੂ ਹੈ। ਇਹ ਸੱਚਾਈ ਹੈ। ਕਦੇ ਆਪਣੇ ਅੰਦਰ ਜਾ ਕੇ ਦੇਖੋ। ਗਊ ਨੂੰ ਗਊ ਨਹੀਂ ਕਹਿਣਾ ਪੈਂਦਾ ਕਿ ਤੂੰ ਗਾਂ ਬਣ ਜਾ, ਪਹਿਲਾਂ ਹੀ ਗਾਂ ਵਾ। ਪਸ਼ੂ ਮਿਲੇ ਚੰਗਿਆਈਆਂ, ਖੜ ਖਾਏ ਅੰਮ੍ਰਿਤ ਦੇ ਦੁੱਧ ਦਿੰਦੀ ਹੈ, ਸਾਡੇ ਜੀ ਜਵਾਕ ਪਾਲਦੀ ਹੈ। ਤੇ ਅਸੀਂ ਲੋਕਾਂ ਦੇ ਮੂੰਹ 'ਚੋਂ ਬੁਰਕੀਆਂ ਖੋਹਣ ਦੀ ਕਰਦੇ, ਇਹ ਅੱਗੇ ਕਿਉਂ ਲੰਘ ਗਿਆ, ਫਲਾਣਾ ਅੱਗੇ ਕਿਉਂ ਚਲੇ ਗਿਆ। ਅਸੀਂ ਸਾਰਾ ਦਿਨ ਇਹ ਦੂਜੇ ਦਾ ਬੁਰਾ ਹੀ ਸੋਚਦੇ 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 ਆਪਣੇ ਰਸ ਨੂੰ, ਅਧਿਆਤਮਿਕ ਜੀਵਨ ਨੂੰ ਤਬਾਹ ਕਰ ਲੈਂਦੇ। ਹੁਣ ਲੋਕ ਕਹਿੰਦੇ ਨਾਮ 'ਚ ਰਸ ਨਹੀਂ ਆਉਂਦਾ, ਭਜਨ 'ਚ ਰਸ ਨਹੀਂ ਆਉਂਦਾ। ਭਾਈ ਕਿਵੇਂ ਆਏਗਾ? ਫਿਰ ਕਹਿਣਗੇ ਅਸੀਂ ਕਿਸੇ ਦਾ ਮਾੜਾ ਨਹੀਂ ਕਰਦੇ, ਸਰੀਰ ਕਰਕੇ ਨਹੀਂ ਕਰਦੇ ਹੋਵੋਗੇ, ਹੱਥਾਂ ਪੈਰਾਂ ਨਾਲ ਨਹੀਂ ਕਰਦਾ ਹੋਵੋਗੇ, ਦਿਮਾਗ ਨਾਲ ਤੇ ਕਰਦੇ ਹੋ, ਸੋਚਦੇ ਤੇ ਹੈਗੇ ਹੋ, ਅੱਖਾਂ ਨਾਲ ਕਰਦੇ ਹੋ, ਮਨ ਨਾਲ ਕਰਦੇ ਹੋ। ਪਸ਼ੂ ਨੂੰ ਕਦੇ ਕਹਿਣਾ ਨਹੀਂ ਪੈਂਦਾ ਪਸ਼ੂ ਹੋ ਜਾ, ਪਰ ਇੱਕ ਮਨੁੱਖ ਹੈ ਜਿਹਨੂੰ ਲੱਖਾਂ ਵਾਰੀ ਕਹਿਣਾ ਪੈਂਦਾ। ਦੀਵਾਨਾ ਛਟੇਜਾਂ 'ਚ ਪੰਚਾਇਤਾਂ 'ਚ ਕਹਿਣਾ ਪੈਂਦਾ ਹੈ ਬੰਦੇ ਤੂੰ ਬੰਦਾ ਬਣ, ਬੰਦਾ ਹੋ ਜਾ। ਪਰਿਪੂਰਨ ਪਰਮਾਤਮਾ ਇੱਕੋ ਇੱਕ ਵਕਤ ਹੈ। ਕਹਿੰਦੇ ਇੱਕ ਸਮਾਂ ਹੁੰਦਾ ਹਰ ਚੀਜ਼ ਦਾ। ਅਸੀਂ ਬੜੇ ਕਰਮਾਂ ਵਾਲੇ ਜਿਹੜਾ ਕਿਸੇ ਮਨੁੱਖ ਆ। ਇੱਕ ਸਾਡੇ ਕੋਲ ਸਮਾਂ ਆ। ਕਿਸ ਚੀਜ਼ ਦਾ ਸਮਾਂ? ਕਿ ਰੱਬ ਹੋਣ ਦਾ। ਕਿਵੇਂ? ਬੱਚੇ ਨੂੰ ਕਦੇ ਇਹ ਨਹੀਂ ਪਤਾ ਹੁੰਦਾ ਵੀ ਜਵਾਨੀ ਕੀ ਹੈ। ਬਾਲਕ ਨੂੰ ਕਦੇ ਇਹ ਨਹੀਂ ਪਤਾ ਹੁੰਦਾ ਵੀ ਜਵਾਨੀ ਕੀ ਹੈ। ਤੇ ਜਵਾਨ ਨੂੰ ਕਦੇ ਇਹ ਨਹੀਂ ਸਾਰ ਹੁੰਦੀ ਕਿ ਬੁਢੇਪਾ ਕੀ ਹੈ। ਤੇ ਬੁੱਢੇ ਨੂੰ, ਬਜ਼ੁਰਗ ਨੂੰ ਇਹ ਨਹੀਂ ਪਤਾ ਹੁੰਦਾ ਕਿ ਮੌਤ ਕੀ ਹੈ। ਬਾਲਕ ਜਦੋਂ ਜਵਾਨੀ 'ਚ ਆਉਂਦਾ ਜੇ ਤੇ ਉਹਨੂੰ ਪਤਾ ਲੱਗਦਾ ਕਿ ਜਵਾਨੀ ਦਾ ਨਸ਼ਾ ਆਪਣਾ ਹੀ ਬਥੇਰਾ ਹੁੰਦਾ। ਤੇ ਸੰਗਤ ਜੀ, ਦੂਸਰੇ ਨੰਬਰ ਤੇ ਜਵਾਨ ਹੋਇਆ, ਸਮਝ ਆਈ ਕਿ ਬਚਪਨ ਕੀ ਸੀ। ਅੱਜ ਕਈ ਲੋਕੀ ਮੈਂ ਦੇਖੇ ਜਾਂਦੇ ਬਾਬਾ ਜੀ ਬਚਪਨ ਵਾਪਸ ਆ ਜਾਏ ਤੇ ਕਿੰਨਾ ਵਧੀਆ। ਤੇ ਜਵਾਨ ਆਂਦਾ ਵੀ ਜਵਾਨੀ ਵਾਪਸ ਆ ਜਾਏ ਕਿੰਨਾ ਵਧੀਆ। ਤੇ ਬੁੱਢਾ ਵੀ ਉਹੀ ਭਾਲਦਾ ਕਿ ਜੇਕਰ ਜਵਾਨੀ ਆ ਜਾਏ ਤੇ ਕਿੰਨਾ ਵਧੀਆ। ਬਾਲਕ ਨੂੰ ਜਵਾਨੀ ਦੀ ਸਾਰ ਨਹੀਂ, ਜਵਾਨ ਨੂੰ ਬੁਢੇਪੇ ਦੀ ਸਾਰ ਨਹੀਂ, ਤੇ ਬੁਢੇਪੇ ਵਾਲੇ ਨੂੰ ਮੌਤ ਦੀ ਸਾਰ ਨਹੀਂ। ਜਿੱਦਣ ਮਰ ਜਾਓਗੇ ਤੇ ਮੌਤ ਦਾ ਵੀ ਪਤਾ ਲੱਗ ਜਾਏਗਾ, ਪਹਿਲੋਂ ਕਦੇ ਨਹੀਂ ਪਤਾ ਲੱਗਦਾ ਕਿ ਮੌਤ ਕੀ ਹੈ, ਜੀਵਨ ਜਵਾਨੀ ਕੀ ਹੈ, ਬੁਢੇਪਾ ਕੀ ਹੈ। ਜਿਹੜੇ ਇਸ ਪੜਾਅ ਚੋਂ ਲੰਘਦੇ ਉਹ ਦੱਸ ਸਕਦੇ ਜਵਾਨੀ, ਬੁਢੇਪਾ, ਬਚਪਨ ਕੀ ਹੈ। ਤੇ ਜਿਹੜੇ ਮੌਤ ਨਾਲ ਵਿਆਹੇ ਗਏ ਹੈ ਉਹ ਦੱਸ ਸਕਦੇ ਕਿ ਮੌਤ ਕੀ ਹੈ। ਤੇ ਸੰਗਤ ਜੀ, ਜਿਨ੍ਹਾਂ ਨੇ ਇਸ ਜੀਵਨ, ਇਸ ਮਨੁੱਖੇ ਦੇਹ ਅੱਖਾਂ ਬੰਦ ਕਰਕੇ ਵਾਹਿਗੁਰੂ 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 ਜਪਿਆ, ਉਹ ਜਪਦੇ ਸੰਤ ਹੋਏ, ਫਕੀਰ ਹੋਏ, ਰੱਬ ਹੋਏ, ਉਹ ਦੱਸ ਸਕਦੇ ਨੇ ਕਿ ਜਪ ਕੀ ਹੈ ਤੇ ਰੱਬ ਕੀ ਹੈ। ਆਪਾਂ ਲੋਕ ਥੋੜਾ ਦੱਸ ਸਕਦੇ ਹਾਂ ਰੱਬ ਕੀ ਹੈ। ਕੋਈ ਹੈ ਦਾਵਾ ਕਰ ਸਕਦਾ ਦੁਨੀਆ ਕਿ ਰੱਬ ਕੀ ਹੈ? ਨਹੀਂ ਦੱਸ ਸਕਦੇ, ਕਿਉਂਕਿ ਪਹੁੰਚੇ ਹੀ ਨਹੀਂ, ਅਸੀਂ ਤੁਰੇ ਹੀ ਨਹੀਂ।
ਅਸੀਂ ਉਸ ਚੀਜ਼ ਦਾ ਆਨੰਦ ਤੇ ਰਸ ਮਾਣਿਆ ਹੀ ਨਹੀਂ। ਅਸੀਂ ਕਿਵੇਂ ਕਹਿ ਦਾਂਗੇ ਰੱਬ ਕੀ ਹੈ? ਕੋਈ ਮਨੁੱਖ ਦਾਵਾ ਨਹੀਂ ਕਰ ਸਕਦਾ ਰੱਬ ਕੀ ਹੈ, ਕਿਉਂਕਿ ਵੇਖਿਆ ਹੀ ਨਹੀਂ, ਪਾਇਆ ਹੀ ਨਹੀਂ, ਤੁਰੇ ਹੀ ਨਹੀਂ। ਹਾਂ, ਜਿਹੜੇ ਤੁਰੇ ਨੇ ਨਾ, ਜਿਨ੍ਹਾਂ ਨੇ ਪਾਇਆ ਉਹ ਜ਼ਰੂਰ ਦੱਸਣਗੇ। ਸਭ ਤੋਂ ਲਾਸਟ ਮੰਜ਼ਿਲ ਹੈ ਕਿ ਰੱਬ ਹੋ ਜਾਣਾ। 15 ਭਗਤਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਰਜ ਹੈ। ਕਬੀਰ ਸਾਹਿਬ ਜੀ ਜ਼ਿਕਰ ਕਰਦੇ, ਭਗਤ ਕਬੀਰ ਜੀ ਅਬ ਤੋਂ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਕੋਈ ਨਾ ਸਕੈ ਪਛਾਣੀ। ਜਿਹੜਾ ਉਸ ਮਾਰਗ ਤੇ ਤੁਰਿਆ, ਬਾਲਕ ਜਵਾਨੀ ਦਾ ਵੇਰਵਾ ਨਹੀਂ ਦੇ ਸਕਦਾ, ਜਵਾਨ ਬੁਢੇਪੇ ਦਾ ਨਹੀਂ ਦੇ ਸਕਦਾ, ਬਜ਼ੁਰਗ ਮੌਤ ਦਾ ਨਹੀਂ ਦੇ ਸਕਦਾ। ਜਿਹਨੇ ਕਦੇ ਵਾਹਿਗੁਰੂ 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 ਜਪਿਆ ਹੀ ਨਹੀਂ, ਭਜਨ ਬੰਦਗੀ ਕੀਤਾ ਹੀ ਨਹੀਂ, ਉਹ ਕਿੱਦਾਂ ਦੱਸ ਸਕਦਾ ਕਿ ਰੱਬ ਕੀ ਹੈ? ਇਹ ਤਾਂ ਇੱਕ ਉਸਤਤ ਹੈ ਕਿ ਕਥਾ ਕੀਰਤਨ ਰੱਬ ਦੀ ਗੱਲ। ਜੋ ਮੇਰਾ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਵੀਰ। ਇਹ ਤੇ ਕੀਰਤਨ ਕਲਯੁਗ में कीर्तन प्रधाना, गुरमुख जपिए लाए जाना। एक साधन है, एक साधन है कि रब तक पहुंचना। ਤੇ ਜਦ ਤੱਕ ਇਹਨਾਂ ਦੋ ਕਟੋਰਿਆਂ ਨੂੰ, ਦੀਵਿਆਂ ਨੂੰ ਬੰਦ ਕਰਕੇ ਗੁਰੂ ਗੁਰੂ ਨਹੀਂ ਜਪਦੇ, ਤੇ ਤਦ ਤੱਕ ਅਸੀਂ ਰੱਬ ਨਹੀਂ ਹੋ ਜਾਂਦੇ। ਤਦ ਤੱਕ ਅਸੀਂ ਦੁਨੀਆ ਨੂੰ ਦੱਸ ਨਹੀਂ ਸਕਦੇ ਕਿ ਬਾਬਾ ਰੱਬ ਕੀ ਚੀਜ਼ ਹੈ। ਅੱਜ ਖੰਡਨ ਕਰਨ ਵਾਲੇ ਬੜੇ। ਹੁਣ ਦੇਖੋ, ਖੰਡਨ ਕਰਨਾ ਇੱਕ ਮੈਂ ਗੱਲ ਕਰਾਂ। ਮੰਨ ਲਓ ਮੈਂ ਕਹਿ ਦੇਵਾਂ ਕਿ ਰੱਬ ਦਿਆਲੂ ਨਹੀਂ ਹੈ, ਰੱਬ ਦਿਆਲੂ ਨਹੀਂ ਹੈ, ਤੁਸੀਂ ਇਸ ਨੂੰ ਮੰਡਨ ਕਿਵੇਂ ਕਰੋਗੇ? ਛੋਟੇ ਛੋਟੇ ਬੱਚੇ ਨੀਹਾਂ 'ਚ ਖੜੇ। ਔਰ ਸੰਗਤ ਜੀ, ਦੇਖਿਆ ਜਾਵੇ ਹਰਿਮੰਦਰ ਸਾਹਿਬ ਜਦੋਂ ਬਲੂ ਸਟਾਰ ਦਾ ਸਮਾਂ ਆਉਂਦਾ, ਨਿੱਕੇ ਨਿੱਕੇ ਦੁੱਧ ਪੀਂਦੇ ਜਵਾਕ ਸ਼ਹੀਦ ਹੋ ਗਏ। ਹੋਰ ਵੀ ਧਰਮ ਵਰਗ ਬੜੇ ਨੇ, ਆ ਬਾਰਡਰਾਂ ਤੇ ਫੌਜ, ਇੰਨੇ ਇੰਨੇ ਦੇਸ਼ ਕੌਮ ਖਾਤਰ ਸ਼ਹੀਦ ਹੁੰਦੇ ਆ। ਔਰ ਆ ਕੋਵਿਡ ਦੇ ਸਮੇਂ 'ਚ ਐਸੇ ਘਰ ਨੇ ਬੇਘਰ ਹੋ ਗਏ, ਬੱਚੇ ਅਨਾਥ ਹੋ ਗਏ, ਔਰਤਾਂ ਵਿਧਵਾ ਹੋ ਗਈਆਂ, ਕਿਸੇ ਦਾ ਪਰਿਵਾਰ ਵਿਛੜ ਗਿਆ, ਕਿਸੇ ਭੈਣ ਦਾ ਕੱਲਾ ਕੱਲਾ ਭਰਾ ਤੁਰ ਗਿਆ। ਜੇ ਆਪਾਂ ਇੱਕ ਖੰਕਾ ਪਾਉਣਾ ਲੋਕਾਂ ਨੂੰ, ਆਪਾਂ ਕੀ ਰੱਬ ਦਿਆਲੂ ਹੀ ਨਹੀਂ? ਜੇ ਰੱਬ ਦਿਆਲੂ ਹੁੰਦਾ ਤਾਂ ਲੋਕੀ ਅਨਾਥ ਨਾ ਹੁੰਦੇ। ਸੋਚੋ, ਇੱਕ ਸ਼ੰਕਾ ਹੀ ਖੜਾ ਕਰਨਾ ਹੈ ਨਾ, ਤਾਂ ਅਸੀਂ ਕਹਿ ਦੇ ਕਿ ਰੱਬ ਦਿਆਲੂ ਨਹੀਂ ਹੈ, ਤੁਸੀਂ ਮੰਡਨ ਕਿਵੇਂ ਕਰੋਗੇ? ਕਿਉਂਕਿ ਅਸੀਂ ਤਾਂ ਪਹਿਲਾਂ ਹੀ ਰੱਬ ਨਾਲ ਰੁੱਸੇ ਹਾਂ। ਰੱਬ ਸਾਨੂੰ ਸੁੱਖ ਨਹੀਂ ਦਿੰਦਾ, ਰੱਬ ਸਾਨੂੰ ਬਾਹਰ ਨਹੀਂ ਭੇਜਦਾ, ਰੱਬ ਨੇ ਮੈਨੂੰ ਪੁੱਤਰ ਨਹੀਂ ਦਿੱਤਾ। ਜਿੰਨੇ ਇੱਥੇ ਬੈਠੇ ਮੈਂ ਮਾਫੀ ਮੰਗਦਾ, ਅੱਧੇ ਪਚੱਧੇ ਰੱਬ ਨਾਲ ਰੁੱਸੇ ਬੈਠੇ, ਤੇ ਅੱਧੇ ਮੇਰੇ ਨਾਲ ਵੀ ਰੁੱਸੇ ਹੋਣੇ। ਬਾਬੇ ਪਹਿਲੇ ਦੀਵਾਨ ਤੇ ਨਹੀਂ ਆਏ, ਹੈ ਨਾ। ਹੁਣ ਇਹ ਇੱਕ ਸ਼ੰਕ ਹੈ, ਇੱਕ ਮੈਂ ਵਿਚਾਰ ਰੱਖ ਰਿਹਾ, ਤੁਸੀਂ ਮੇਰਾ ਪਰਿਵਾਰ ਹੋ, ਅੱਧੇ ਕੁ ਮੇਰੇ ਨਾਲ ਰੁੱਸੇ ਵੀ ਬਾਬੇ ਦੀਵਾਨ ਤੇ ਨਹੀਂ ਆਏ। ਹੁਣ ਇਹ ਮੈਂ ਤੁਹਾਨੂੰ ਇਹ ਕਹਿਣਾ ਕਿ ਤੁਸੀਂ ਇਹ ਸੋਚੋ ਕਿ ਰੱਬ ਦਿਆਲੂ ਹੈ ਕਿ ਨਹੀਂ ਹੈ। ਇਸ ਚੀਜ਼ ਨੂੰ, ਸੱਚ ਜਿਹੜਾ ਹੁੰਦਾ ਨਾ, ਸੱਚ ਨੂੰ ਸੰਗਤ ਜੀ ਪ੍ਰਮਾਣ ਬਹੁਤ ਦੇਣੇ ਪੈਂਦੇ ਆ। ਰੱਬ ਹੈ ਤੇ ਹੁਣ ਵਿਖਾਵੇ ਕੌਣ? ਤੇ ਕਿਵੇਂ ਦਿਖਾਓਗੇ? ਸੱਚ ਨੂੰ ਪ੍ਰਮਾਣ ਦੇਣ ਵਾਸਤੇ, ਜਿੱਦਾਂ ਕਿ ਆ ਪੇਪਰ ਵਰਕ ਹੈ, ਵੀ ਇੰਨਾ ਹੋ ਜਾਵੇ ਵੀ ਸਾਡੇ ਕਮਰੇ ਭਰ ਜਾਣ, ਸਫਾਈ ਦੇਣ ਵਾਸਤੇ, ਇੱਕ ਸਟੇਟਮੈਂਟ ਦੇਣ ਵਾਸਤੇ ਕਿ ਪਰਮਾਤਮਾ ਹੈ, ਪਰਮਾਤਮਾ ਦਿਆਲੂ ਹੈ। ਹੁਣ ਦੇਖੋ, ਫਿਰ ਦਿਮਾਗ ਤੇ ਬੋਝ ਪਾਇਓ। ਸੱਚ ਨੂੰ ਪ੍ਰਮਾਣ ਬਹੁਤ ਦੇਣਾ ਪੈਂਦਾ, ਝੂਠ ਨੂੰ ਕਦੇ ਵੀ ਸਟੇਟਮੈਂਟ ਨਹੀਂ ਦੇਣੀ ਪੈਂਦੀ, ਝੂਠ ਨੂੰ ਕਦੇ ਵੀ ਪ੍ਰਮਾਣ ਨਹੀਂ ਦੇਣਾ ਪੈਂਦਾ। ਔਰ ਕਦੇ ਦੇਖਿਓ, ਝੂਠਾ ਮਨੁੱਖ ਸਫਲ ਬਹੁਤ ਛੇਤੀ ਹੁੰਦਾ ਹੈ। ਸੱਚਾ ਪੁਰਸ਼ ਦੁੱਖ ਵੀ ਭੋਗ ਰਿਹਾ, ਤੇ ਜਿੱਥੇ ਅਸੀਂ ਅੱਜ ਵੀ ਉੱਥੇ ਖੜੇ ਆ। ਸੱਚੇ ਇਨਸਾਨ ਤੋਂ ਘਰ ਦੀਆਂ 4 ਇੱਟਾਂ ਨਹੀਂ ਨਵੀਆਂ ਲਾਈਆਂ ਜਾਂਦੀਆਂ, ਇਹ ਵੀ ਮੈਂ ਤੁਹਾਨੂੰ ਦੱਸ ਦਿਆਂ। ਸੱਚੇ ਪੁਰਸ਼ ਤੋਂ ਇੱਕ ਸਾਈਕਲ ਤੋਂ ਮੋਟਰਸਾਈਕਲ ਤੇ ਜਾਣਾ ਬੜਾ ਔਖਾ ਹੈ। ਸੱਚ ਕੁਛ ਅਲੱਗ ਵਿਸ਼ਾ ਹੈ।
ਹੁਣ ਜਿੰਨੇ ਅਸੀਂ ਬੈਠੇ ਹਾਂ ਬਿਜਲੀ ਸਾਰੇ ਚੋਰੀ ਕਰਦੇ ਹਾਂ। ਬਿਜਲੀ ਕੌਣ ਨਹੀਂ ਚੋਰੀ ਕਰਦਾ? ਦੁੱਧ 'ਚ ਪਾਣੀ ਸਾਰੀ ਦੁਨੀਆ ਪਾ ਰਹੀ ਹੈ। ਉਹ ਰੋਂਦਾ ਤੇ ਅਸੀਂ ਗਾਤਰੇ ਪਏ ਸਾਰੇ, ਨਹੀਂ ਤੇ ਗੁਰੂ ਦੇ ਸਿੱਖ ਵਾਂ ਤਾਂ ਅਸੀਂ ਗੁਰਦੁਆਰਿਆਂ 'ਚ ਬਹਿ ਕੇ ਨਿੰਦਿਆ ਕਰਦੇ ਹਾਂ ਸਾਰਾ ਦਿਨ। ਸਿੱਖ ਕਾਹਦੇ ਆਂ? ਇੱਕ ਸੋਚਣ ਵਾਲੀ ਗੱਲ ਹੈ। ਦੁੱਧ 'ਚ ਪਾਣੀ ਵੀ ਪਾ ਰਹੇ ਹੈ, ਮੀਟਰ ਸਾਰਿਆਂ ਦੇ 9 ਨੰਬਰ ਤੇ ਚੱਲ ਰਹੇ ਹੈ। ਤੇ ਸੰਗਤ ਜੀ, ਗੁਰਸਿੱਖ ਬਣਨਾ ਬਹੁਤ ਔਖਾ ਹੈ। ਖੰਡੇ ਦੀ ਧਾਰ ਤੇ ਤੁਰਨਾ, ਸੱਚ ਤੇ ਸੁੱਚ ਨੂੰ ਕਮਾਉਣਾ ਬਹੁਤ ਔਖਾ ਹੈ। ਗੱਲਾਂ ਕਰ ਦੇਣੀਆਂ। ਇੱਕ ਲੋਕਾਂ ਨੂੰ ਆਦਤ ਹੈ ਸਾਡੇ ਖਾਸ ਕਰਕੇ ਪੰਜਾਬੀਆਂ ਨੂੰ ਕਿ ਮੂੰਹ ਫੱਟ ਛੱਟ ਬੋਲ ਦੇਣਾ, ਪਰ ਉਹ ਬਾਅਦ 'ਚ ਪਛਤਾਵੇ ਦਾ ਕਾਰਨ ਬਣਦੀ ਹੈ, ਕਿਉਂਕਿ ਸੱਚ ਪਤਾ ਹੀ ਨਹੀਂ ਹੈ। ਝੂਠ ਨੂੰ ਕਦੇ ਵੀ ਪ੍ਰਮਾਣ ਦੇਣ ਦੀ ਜ਼ਰੂਰਤ ਨਹੀਂ ਹੈ। ਮਰਨ ਸਾਫ਼ ਕਿਹਾ ਹੈ, ਕੂੜ ਫਿਰੇ ਪ੍ਰਧਾਨ ਵੇ ਲਾਲੋ, ਸ਼ਰਮ ਧਰਮ ਦੋਵੇਂ ਛੱਪ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾਲੋ। ਹੁਣ ਮੈਂ ਸੱਚ ਦੀ ਉਦਾਹਰਨ ਦਿੰਦਾ। ਪਰਮਾਤਮਾ ਦਿਆਲੂ ਹੈ, ਪਰਮਾਤਮਾ ਦਇਆਵਾਨ ਹੈ। ਅੱਜ ਕੱਲ੍ਹ ਉਹ ਪਿੰਡ ਕੜਾਮ ਦਾ ਪਟਿਆਲੇ ਜ਼ਿਲ੍ਹੇ 'ਚ ਚਲੇ ਗਿਆ। ਪਟਿਆਲੇ ਤੇ ਸੰਗਤ ਜੀ, ਅੰਬਾਲਾ ਜ਼ਿਲ੍ਹਾ ਬਹੁਤ ਵੱਡਾ ਹੁੰਦਾ ਸੀ ਕਿਸੇ ਸਮੇਂ। ਉੱਥੋਂ ਦੇ ਰਹਿਣ ਵਾਲੇ ਪੀਰ ਭੀਖਮ ਸ਼ਾਹ ਮੁਸਲਮਾਨ ਨੇ, ਭੀਖਮ ਸ਼ਾਹ ਜੀ ਮੁਸਲਮਾਨ ਨੇ ਭਾਈ। ਉਹ ਹਮੇਸ਼ਾ ਮੁਸਲਮਾਨ ਘਰਾਣੇ ਮਰਿਆਦਾ ਹੈ, ਉਹ ਲਹਿੰਦੇ ਹਨ ਨੂੰ ਨਮਾਜ਼ ਫੇਸ ਕਰਕੇ, ਚਿਹਰਾ ਕਰਕੇ ਨਮਾਜ਼ ਪੜ੍ਹਦੇ ਹੈ। ਉਹ ਨਮਾਜ਼ ਕਰਨ ਦਾ ਵੀ ਆਪਣਾ ਤਰੀਕਾ ਹੈ। 5 ਟਾਈਮ ਦੀ ਨਮਾਜ਼ ਹੁੰਦੀ, ਚਲੋ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਔਰ ਸੰਗਤ ਜੀ, ਇੱਕ ਸਮਾਂ ਐਸਾ ਆਇਆ ਕਿ ਜਿੱਦਣ ਦੀਨ ਦੁਨੀਆ ਦੇ ਇਲਾਹੀ ਨੂਰ ਨੇ, ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਗਤ ਵਿੱਚ ਅਵਤਾਰ ਧਾਰਨ ਕੀਤਾ। ਪਟਨਾ ਸਾਹਿਬ ਪਾਟਲੀ ਪੁੱਤਰ ਤੇ ਗੁਰੂ ਕਲਗੀਧਰ ਪਾਤਸ਼ਾਹ ਜਦੋਂ ਜਨਮ ਲੈਂਦੇ ਆ ਤੇ ਪੀਰ ਭੀਖਮ ਸ਼ਾਹ ਚੜ੍ਹਦਿਆਂ ਨੂੰ ਕਰਕੇ ਨਮਾਜ਼ ਪੜ੍ਹਦੇ ਆ। ਤੇ ਨਾਲਦਿਆਂ ਨੇ ਆਖਿਆ, ਬਾਬਾ ਜੀ ਤੁਸੀਂ ਹਮੇਸ਼ਾ ਨਮਾਜ਼ ਇੱਧਰ ਨੂੰ, ਹਰ ਮੁਸਲਮਾਨ ਪੱਛਮ 'ਚ ਮੂੰਹ ਕਰਕੇ ਨਮਾਜ਼ ਪੜ੍ਹਦਾ ਹੈ, ਕਿਉਂਕਿ ਕਾਬਾ ਉੱਧਰ ਹੈ, ਮੱਕਾ ਉਧਰ ਹੈ, ਤੇ ਤੁਸੀਂ ਅੱਜ ਚੜ੍ਹਦੇ ਵੱਲ ਨੂੰ ਨਮਾਜ਼ ਪੜ੍ਹਦੇ ਹੋ ਕਿ ਤੁਸੀਂ ਮਾਨਸਿਕ ਤੌਰ ਤੇ, ਸਰੀਰ ਤੌਰ ਤੇ, ਮਨ ਤੌਰ ਤੇ ਠੀਕ ਹੋ? ਉਹ ਕਹਿੰਦੇ, ਪੁੱਤ ਮੈਂ ਮੁਰੀਦੋ ਠੀਕ ਹੈ। ਜਿਸ ਅੱਲਾ ਦੀ ਬੰਦਗੀ, ਜਿਸ ਅੱਲਾ ਦਾ ਨਾਮ, ਜਿਸ ਅੱਲਾ ਲਈ ਮੈਂ ਜੀਵਨ ਲਾਤਾ, ਕਾਲੇ ਵਾਲ ਚਿੱਟੇ ਹੋ ਗਏ ਆ, ਐ ਮੁਰੀਦੋ ਉਹ ਦੁਨੀਆ ਦਾ ਇਲਾਹੀ ਨੂਰ ਰੱਬ ਅੱਲਾ ਅੱਜ ਚੜ੍ਹਦੇ 'ਚ ਅਵਤਾਰ ਲੈ ਕੇ ਆਇਆ। ਮੈਂ ਉਹਨੂੰ ਸਜਦਾ ਪਿਆ ਕਰਦਾ, ਉਹਨੂੰ ਮੱਥਾ ਟੇਕਦਾ। ਹੁਣ ਸੱਚ ਨੂੰ ਪ੍ਰਮਾਣ ਦੇਣਾ ਪਿਆ ਨਾ। ਉਹ ਕਹਿੰਦੇ, ਲੈ ਇੱਦਾਂ ਕਿੱਦਾਂ ਹੋ ਸਕਦਾ ਕਿ ਮੁਸਲਮਾਨ ਵਰਿਆਂ ਤੋਂ ਯੁਗਾਂ ਤੋਂ ਉਧਰ ਨੂੰ ਮੂੰਹ ਕਰਕੇ ਨਮਾਜ਼ ਪੜ੍ਹ ਰਹੇ, ਤੁਸੀਂ ਇੱਧਰ। ਅੱਜ ਸੱਚ ਦੀ ਪਰਖ ਹੁੰਦੀ ਹੈ ਵੀ ਅਸੀਂ ਕਿਵੇਂ ਮੰਨੀਏ ਕਿ ਅੱਲਾ, ਪਰਮਾਤਮਾ, ਵਾਹਿਗੁਰੂ, ਰਾਮ ਰਹੀਮ, ਕੁਛ ਵੀ ਕਹਿ ਲਓ, ਵੀ ਉਹ ਦੁਨੀਆ 'ਚ ਅਵਤਾਰ ਧਾਰਨ ਕਰਕੇ ਆਇਆ, ਇਲਾਹੀ ਨੂਰ। ਇਹ ਕਿੱਦਾਂ ਹੋ ਸਕਦਾ? ਫਿਰ ਇਤਿਹਾਸ ਗਵਾਹ ਹੈ ਕਿ ਪੀਰ ਭੀਖਮ ਸ਼ਾਹ ਜੀ ਆਪਣੇ ਮਰੀਦਾਂ ਨਾਲ ਸ੍ਰੀ ਪਟਨਾ ਸਾਹਿਬ ਪਹੁੰਚਦੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਦਰਸ਼ਨ ਕਰਨ ਵਾਸਤੇ ਲਾਈਨ ਲੱਗੀ ਹੁੰਦੀ ਸੀ ਪਟਨੇ। ਗੁਰੂ ਪਾਤਸ਼ਾਹ ਦੇ ਚਿਹਰੇ ਤੇ ਇੰਨਾ ਇਲਾਹੀ ਨੂਰ ਸੀ, ਪਵਿੱਤਰ ਦਰਸ਼ਨ ਤੇ ਗੁਰੂ ਦੇ ਚਰਨ ਤੇ ਉਹਨਾਂ ਦੇ ਸਰੀਰ ਦੀ ਖੁਸ਼ਬੂ ਇੰਨੀ ਸੀ, ਕਿਉਂਕਿ ਅਵਤਾਰ ਸਨ। ਤੇ ਸੰਗਤ ਜੀ, ਮੈਂ ਕਿੰਨੀ ਸੀ ਕਿ ਸਾਰੇ ਪਟਨੇ ਦੇ ਵਿੱਚ ਇੱਦਾਂ ਸੀ ਜਿਵੇਂ ਫੁੱਲਾਂ ਦੀ ਸੁਗੰਧੀ ਆ ਰਹੀ ਹੋਵੇ। ਸਾਡੇ ਬਾਪੂ ਨੇ ਜਿੱਦਣ ਜਨਮ ਲਿਆ, ਅਵਤਾਰ ਲਿਆ, ਪੀਰ ਭੀਖਮ ਸ਼ਾਹ ਆਪਣੇ ਸੇਵਕਾਂ ਨੂੰ ਆਂਦੇ ਕਿ ਆਹ 2 ਕੁੱਜੀਆਂ ਵਾ। ਜੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ, ਗੋਬਿੰਦ ਰਾਏ ਨਾਂ ਰੱਖਿਆ, ਕਿ ਜੇਕਰ ਉਹ ਇਹਨਾਂ ਦੋਨਾਂ ਤੇ ਹੱਥ ਰੱਖਣਗੇ ਫਿਰ ਅਸੀਂ ਮੰਨਾਂਗੇ ਸਾਂਝੇ ਹੈ। ਜੇ ਇੱਕ ਤੇ ਰੱਖ ਦਿੱਤਾ ਫਿਰ ਅਸੀਂ ਮੰਨਾਂਗੇ ਹਿੰਦੂਆਂ ਦੇ ਰੋਸ਼ਨ ਕਰਨਗੇ।
ਤੇ ਸੰਗਤ ਜੀ, ਜਦੋਂ ਕਲਗੀਧਰ ਪਾਤਸ਼ਾਹ ਦਇਆ ਦੇ ਘਰ ਵਿੱਚ ਬਾਲਕ ਰੂਪ ਵਿੱਚ ਦੋਨਾਂ ਕੁੱਜਿਆਂ ਤੇ ਹੱਥ ਰੱਖਦੇ ਤੇ ਪੀਰ ਭੀਖਮ ਸ਼ਾਹ ਪਹਿਲਾਂ ਮੱਥਾ ਨਹੀਂ ਟੇਕਿਆ ਤੇ ਬਾਅਦ ਵਿੱਚ ਸਿਰ ਝੁਕਾ ਕੇ ਪਵਿੱਤਰ ਛੋਟੇ ਛੋਟੇ ਚਰਨਾਂ ਨੂੰ ਆਪਣੇ ਮੱਥੇ ਤੇ ਲਾਉਂਦੇ ਹੋ, ਜ਼ਿਕਰ ਕਰਦੇ, ਅੱਲਾ, ਇਹ ਅੱਲਾ ਦੇ ਨੂਰ ਤੂੰ ਸਾਰਿਆਂ ਵਾਸਤੇ ਛੰਝ ਆਏਗਾ। ਅੱਜ ਵੀ ਅਸੀਂ ਪੜ੍ਹਦੇ ਹਾਂ, ਮਾਨਸ ਕੀ ਜਾਤ ਸਭੈ ਏਕ ਪਹਿਚਾਨ। ਇੱਕੋ ਖੰਡੇ ਦਾ ਅਸੀਂ ਜਿੱਦਣ ਅੰਮ੍ਰਿਤ ਛਕਦੇ ਹਾਂ ਉਦਣ ਕੋਈ ਜਾਤ ਨਹੀਂ ਰਹਿ ਜਾਂਦੀ, ਕੋਈ ਮਜ਼ਹਬ ਨਹੀਂ ਰਹਿ ਜਾਂਦਾ, ਕੁਛ ਨਹੀਂ ਰਹਿੰਦਾ। ਤੇ ਸੰਗਤ ਜੀ, ਦੁੱਖ ਹੈ, ਗੁਰੂ ਇੰਨਾ ਦਿਆਲੂ ਨੇ ਦੋਨਾਂ ਤੇ ਰੱਖਿਆ ਹੱਥ, ਹੈ ਨਾ ਦਿਆਲੂ। ਤੇ ਸੰਗਤ ਜੀ, ਦੂਜਾ ਇੱਕ ਸ਼ੰਕਾ ਹੋਰ ਹੈ ਲੋਕਾਂ, ਕਹਿੰਦੇ ਕਿ ਪਰਮਾਤਮਾ ਅਰਦਾਸਾਂ ਸੁਣਦਾ। ਮੈਂ ਇੱਦਾਂ ਦੇ ਲੋਕ ਵੇਖੇ ਆ, ਕਹਿੰਦੇ ਬਾਬਾ ਜੀ, ਮੈਂ ਕਿਹਾ ਵੀ ਅਰਦਾਸ ਕਰਾ ਲਓ, ਕਹਿੰਦੇ ਅਰਦਾਸ ਕਰਾਉਂਦਿਆਂ ਨੂੰ ਬੜੇ ਸਾਲ ਹੋ ਗਏ ਆ, ਹਜੇ ਤੱਕ ਦਾਤ ਹੀ ਨਹੀਂ ਮਿਲੀ। ਜੇ ਰੱਬ ਅਰਦਾਸਾਂ ਨਾਲ ਮੰਨਦਾ ਤਾਂ ਲੋਕੀ ਗਾਲਾਂ ਕੱਢ ਕੇ ਵੀ ਮਨਾ ਸਕਦੇ, ਲੜ ਕੇ ਵੀ ਮਨਾ ਸਕਦੇ ਆ। ਸ਼ਾਇਦ ਮੇਰੀਆਂ ਗੱਲਾਂ ਸਮਝ ਬਾਅਦ ਹੋਣੀਆਂ। ਜੇਕਰ ਪਰਮਾਤਮਾ ਬੇਨਤੀਆਂ ਨਾਲ ਮੰਨ ਜਾਂਦਾ, ਕਹਿੰਦੇ ਕਿ ਲੜ ਕੇ ਵੀ ਮੰਨ ਸਕਦਾ। ਪਰਮਾਤਮਾ ਨੂੰ ਗੁਰੂ ਸਾਹਿਬ ਨੇ ਕਿਹਾ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਪਰਮਾਤਮਾ ਦਿਆਲੂ ਹੈ, ਪਰਮਾਤਮਾ ਅਰਦਾਸ ਸੁਣਦਾ। ਪਰਮਾਤਮਾ ਜਿਸ ਅੱਜ ਦਾਇਰੇ 'ਚ ਅਸੀਂ ਬੈਠੇ ਹਾਂ ਉਹ ਹਾਜ਼ਰ ਹੈ। ਐਵੇਂ ਨਹੀਂ ਕਿਹਾ ਸਦਾ ਅੰਗ ਸੰਗੇ ਅਪੰਗਮ ਬੈਭੂਤੇ, ਉਹ ਅੱਜ ਵੀ ਹੈ। ਹੁਣ ਦੇਖੋ, ਆਪਾਂ ਕਹਿੰਦੇ ਵੀ ਸਾਡੇ ਪੜਦਾਦਾ ਜੀ ਹੁੰਦੇ ਸੀ, ਸਾਡੇ ਦਾਦਾ ਜੀ ਹੁੰਦੇ ਸੀ, ਅੱਜ ਹੈ ਨਹੀਂ ਨਾ। ਇਹ ਵੀ ਕਿਹਾ ਜਾਂਦਾ, ਫਲਾਣਿਆਂ ਤੇਰੇ ਘਰ ਪੁੱਤਰ ਨਹੀਂ, ਕਦੇ ਪੁੱਤਰ ਹੋਏਗਾ, ਫਲਾਣਿਆਂ ਤੇਰੇ ਘਰ ਪੋਤਰਾ ਹੋਏਗਾ, ਪਰ ਉਹ ਅੱਜ ਹੈ ਨਹੀਂ, ਹੋਏਗਾ। ਕਦੇ ਰੱਬ ਨੂੰ ਕਿਸੇ ਨੇ ਕਿਹਾ ਕਿ ਪਰਮਾਤਮਾ ਹੈ ਨਹੀਂ ਜਾਂ ਹੋਏਗਾ? ਉਹ ਸਦਾ ਹੀ ਹੈ, ਉਹਦੀ ਆਪਣੀ ਹੋਂਦ, ਉਹਦਾ ਵਜੂਦ ਜਰੇ ਜਰੇ ਵਿੱਚ ਹੈ, ਸਾਰਿਆਂ ਵਿੱਚ ਹੈ। ਉਹ ਅੱਜ ਵੀ ਹੈ, ਆਦ ਸੱਚ ਜੁਗਾਦ ਸੱਚ ਹੈ, ਪੀ ਸੱਚ ਨਾਨਕ ਹੋਸੀ ਭੀ ਸੱਚ। ਤੇ ਗੁਰੂ ਅਰਜਨ ਦੇਵ ਮਹਾਰਾਜ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਉਚਾਰਨ ਕਰਨ ਤੋਂ ਪਹਿਲਾਂ ਕਹਿੰਦੇ ਆ, ਆਦ ਗੁਰੇ ਨਮੈ, ਜੁਗਾਦ ਗੁਰੇ ਨਮੈ, ਸਤਿਗੁਰੇ ਨਮੈ, ਸ੍ਰੀ ਗੁਰੂਦੇਵੇ ਨਮੈ। ਇਹਦਾ ਮਤਲਬ ਹੈ ਨਾ, ਰੱਬ ਆਦ ਗੁਰੇ ਨਮੈ, ਜੁਗਾਦ ਗੁਰੇ ਨਮੈ, ਸਤਿਗੁਰੇ ਨਮੈ, ਸ੍ਰੀ ਗੁਰੂਦੇਵੇ ਨਮੈ। ਮਹਾਰਾਜ ਆਦ ਜੁਗਾਦ ਹਰ ਚੀਜ਼ ਨੂੰ ਪ੍ਰਣਾਮ ਕਰ ਰਹੇ ਹੈ। ਇਹਦਾ ਮਤਲਬ ਕਿ ਦਾਦਾ ਬਾਬਾ ਸੀ, ਪੋਤਰਾ ਪੋਤਰੀ ਹੋਏਗਾ, ਇਹ ਸਾਡਾ ਸੰਸਾਰੀਆਂ ਦਾ। ਰੱਬ ਤੇ ਸਦਾ ਹੀ ਹੈ, ਉਹ ਸਦਾ ਹੀ ਦਿਆਲੂ ਹੈ। ਜੇ ਰੱਬ ਅਰਦਾਸ ਨਾਲ ਨਹੀਂ ਮੰਨਦਾ ਤੇ ਮੈਂ ਲੜ ਕੇ ਵੀ ਮੰਨ ਸਕਦਾ। ਹੁਣ ਕਿਵੇਂ? ਸਟੇਜਾਂ ਤੇ ਕਿਹਾ ਜਾਂਦਾ ਕਿ ਭੜਕੋ ਨਾ, ਭੜਕੋ ਨਾ, ਤੇ ਕਈ ਵਾਰ ਤੁਸੀਂ ਸੋਚਣ 'ਚ ਮਜਬੂਰ ਹੋਵੋਗੇ, ਭੜਕਿਆਂ ਬਿਨਾਂ ਕਦੇ ਮੰਜ਼ਿਲ ਨਹੀਂ ਜੇ ਮਿਲਦੀ। ਇੱਕ ਸਕੂਲ, ਦੂਜੇ ਸਕੂਲ, ਤੀਜੇ ਸਕੂਲ, ਚੌਥੇ ਸਕੂਲ, ਪੰਜਵੇਂ ਸਕੂਲ, ਕਿਤੇ ਜਾ ਕੇ ਤੇ ਬੰਦੇ ਨੂੰ ਕੋਈ ਮੰਜ਼ਿਲ ਮਿਲਦੀ ਹੈ। ਇੱਕ ਦਰ, ਦੂਜਾ ਦਰ, ਤੀਜਾ ਦਰ, ਜਿੱਥੋਂ ਕੋਈ ਦਾਤ ਮਿਲ ਜੇ ਬੰਦੇ ਲਈ ਉਹ ਦਰ ਹੀ ਸਭ ਕੁਛ ਹੁੰਦਾ। ਔਰ ਬੰਦਾ ਸਾਰੀ ਜ਼ਿੰਦਗੀ ਉਸ ਦਰ ਦਾ ਹੀ ਹੋ ਕੇ ਰਹਿ ਜਾਂਦਾ। ਇੱਕ ਦਰ, ਦੋ ਦਰ, ਤਿੰਨ ਦਰ, ਕਿੰਨੇ ਕੁ ਦਰ ਤੂੰ ਘੁੰਮੇਗਾ? ਜਿੱਥੋਂ ਸਾਡੀ ਇੱਛਾ ਪੂਰਤੀ, ਕਾਮਨਾ ਪੂਰਤੀ ਹੁੰਦੀ ਹੈ, ਉਸ ਦਰ ਤੇ ਅਸੀਂ ਸਮਝ ਲੈਂਦੇ ਹਾਂ ਕਿ ਇੱਥੇ ਰੱਬ ਹੈ, ਇੱਥੇ ਸਭ ਕੁਛ ਹੈ। ਔਰ ਇਹ ਨਹੀਂ ਕਿ ਜਿੱਥੋਂ ਕੁਛ ਮਿਲਿਆ ਨਹੀਂ ਉੱਥੇ ਰੱਬ ਨਹੀਂ, ਰੱਬ ਹੈ। ਸੰਗਤ ਜੀ, ਭੜਕਣ ਤੋਂ ਬਿਨਾ ਕਦੇ ਵੀ ਕੁਛ ਪ੍ਰਾਪਤ ਨਹੀਂ ਹੁੰਦਾ। ਮੰਨ ਲਓ ਮੇਰੇ ਅੰਦਰ ਕੋਈ ਕਾਮਨਾ ਹੈ, ਮੇਰੀ ਕੋਈ ਇੱਛਾ, ਮੈਂ ਬਾਹਰ ਜਾਣਾ ਜਾਂ ਮੈਂ ਤੁਸੀਂ ਕਿਸੇ ਨੇ ਕੁਛ ਕਰਨਾ ਹੈ, ਕਿਸੇ ਨੇ ਸਟੱਡੀ ਵੇਚ ਤੇ ਕਿਸੇ ਨੇ ਕੁਛ, ਕਿਸੇ ਨੇ ਕੁਛ, ਜਿੱਥੋਂ ਉਹਦੀ ਸੰਤੁਸ਼ਟੀ ਹੋਏਗੀ ਉੱਥੇ ਸਭ ਕੁਛ ਹੈ। ਪਰੰਤੂ ਇਹ ਭੁਲੇਖਾ ਹੈ। ਆਪਾਂ ਅਰਦਾਸ 'ਚ ਬੜੇ ਸੋਹਣੇ ਸ਼ਬਦ ਪੜ੍ਹਦੇ ਹਾਂ, ਸਭ ਥਾਈਂ ਹੋਏ ਸਹਾਈ। ਪਰਮਾਤਮਾ ਅਜਰ ਅਮਰ ਹੈ ਹਰ ਥਾਂ। ਕਦੇ ਇਹ ਨਾ ਸੋਚਿਆ ਕਰੋ। ਮੈਂ ਆਪਣੇ ਜੀਵਨ ਦੇ ਇੱਕ ਤੁਹਾਨੂੰ ਦੱਸਦਾ ਵਿਚਾਰ।
ਭੜਕੇ ਆਪਾਂ ਵੀ ਸਾਂ ਛੋਟੀ ਜਿਹੀ ਉਮਰ, ਪਰਮਾਤਮਾ ਫਕੀਰੀ ਚਾਹੀਦੀ ਸੀ। ਜਿੱਥੇ ਕਿਸੇ ਨੇ ਕਿਹਾ ਉੱਥੇ ਮਹਾਤਮਾ, ਉੱਥੇ ਗੁਰਸਿੱਖ ਹੈ। ਆਪਾਂ ਇਹ ਮੱਥਾ ਹਰ ਥਾਂ ਲਾਇਆ, ਟੇਕਿਆ, ਤੇ ਜਦੋਂ ਸੰਤੁਸ਼ਟੀ ਕਿਤੋਂ ਨਾ ਹੋਈ, ਫਿਰ ਕੇ ਬੰਦਾ ਥੱਕ ਜਾਂਦਾ। ਥਕਾਵਟ ਤੋਂ ਬਾਅਦ ਉਹਨੂੰ ਕੀ ਦਿਖਦਾ? ਇੱਕ ਗੁਰੂ ਦਾ ਦਰਬਾਰ, ਆਗਿਆ ਪਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋ ਚਾਹੇ ਖੋਜ ਸ਼ਬਦ ਮੈਂ ਲੇ। ਦਾਸ ਨੇ ਵੀ ਭੜਕ ਕੇ ਮੱਥੇ ਟੇਕ ਕੇ ਘਰਦਿਆਂ ਤੋਂ ਚੋਰੀ ਸਿਰਫ ਆਪਣੀ ਮਾਤਾ ਨੂੰ ਦੱਸਣਾ। ਜਦੋਂ ਕਿਤੋਂ ਨਾ ਕੁਛ ਮਿਲਿਆ, ਖੋਜ ਸ਼ਬਦ, ਜਿਹੜਾ ਸ਼ਬਦ ਹੈ ਗੁਰੂ ਸ਼ਬਦ, ਵਾਹਿਗੁਰੂ ਮੂਲ ਮੰਤਰ ਇੱਕ ਓਂਕਾਰ ਤੋਂ ਲੈ ਕੇ ਨਾਨਕ ਹੋਸੀ ਪੀ ਤੱਕ, ਤੇ ਜਦੋਂ ਉਹ ਸ਼ਬਦ ਦੇ ਪੁਜਾਰੀ ਬਣੇ, ਸ਼ਬਦ ਦੀ ਉਪਾਸਨਾ ਕੀਤੀ, ਫਿਰ ਜਾ ਕੇ ਮਹਿਸੂਸ ਹੋਇਆ, ਆਪਣਾ ਮਨ ਸਕੂਨ ਚ ਆਇਆ ਕਿ ਨਹੀਂ, ਇਹ ਸਰੀਰ ਵਿੱਚ ਹੀ ਪਰਮਾਤਮਾ ਹੈ। ਭੜਕਣਾ ਤੇ ਜਗਤ ਲਈ ਹੈ ਕਿ ਭੜਕ ਕੇ ਵਿਖਾਂਦਾ ਪਰਮਾਤਮਾ ਕਿ ਫਿਰਲਾ ਮਨੁੱਖ, ਜੋ ਕੁਛ ਹੈ ਸਿਰਫ ਤੇਰੇ ਅੰਦਰ ਹੈ, ਜੋ ਕੁਛ ਹੈ ਸੋ ਤੇਰੇ ਅੰਦਰ ਹੈ। 10ਵਾਂ ਦਵਾਰ ਵੀ ਤੇਰੇ ਅੰਦਰ ਹੈ, ਪਰਮਾਤਮਾ ਤੇਰੇ ਸਰੀਰ ਵਿੱਚ ਰਮਿਆ ਪਿਆ ਹੈ। ਕਾਹੇ ਰੇ ਵਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਈ ਸੰਗ ਸਮਾਈ।